गुरु नानक पद पंकज बंदन पंकज बंदना सिमरो अंगद दुख निकंदना गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन की नासक श्री हर गोबिंद सुमत परगासक श्री हर राय नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदो बार बार जगदीसा एक ओंकारा सतगुरु तेरे प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए दोहरा जब गुलाल ने द्वार उगारा करो केहरी भीम निहारा बहुर भीर कर हेरन लागा हरे न चले ना इत्यो त्यागा वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरा के दीवान सजाते हुए आप जी गुरु चरणा विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिनी आपां विचारा सरपण कर रहे सी किस तरह सतगुरु गोबिंद सिंह महाराज जी ने ਉਹ ਗਧਾ ਖੇਤਾਂ ਵਿੱਚ ਘੁੰਮਣ ਲੱਗਿਆ ਤੇ ਸੰਸਾਰ ਦੇ ਲੋਕ ਉਸ ਨੂੰ ਸ਼ੇਰ ਸਮਝ ਕੇ ਡਰਨ ਲੱਗੇ, ਦੂਰ ਰਹਿਣ ਲੱਗੇ। ਖੇਤਾਂ ਦੇ ਵਿੱਚੋਂ ਵੀ ਨਹੀਂ ਕੋਈ ਕੱਢਦਾ ਉਸ ਨੂੰ। ਚੰਗਾ ਚਾਰ ਪੰਜ ਨੋਣੇ ਲੋਕਾਂ ਦੇ ਖੇਤਾਂ ਵਿੱਚੋਂ ਘਾਹ ਚਰਿਆ, ਹਰਾ ਚਰਿਆ, ਪਰ ਆਖਰ ਗਧਾ ਸੀਗਾ ਤੇ ਆਪਣੇ ਗਧੇ ਆੜੀਆਂ ਵਿੱਚ ਫੇਰ ਜਾ ਮਿਲਿਆ। ਘੁਮਿਆਰ ਦਾ ਗਧਾ ਸੀ ਤੇ ਘੁਮਿਆਰ ਦੇ ਬਾਰਵੇ ਜਾ ਖੜਿਆ। गेट बंद सी, सारी रात ਉਹਦੇ ਬਾਹਰ 'ਚ ਖੜਾ ਰਿਹਾ। ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਮੈਨੂੰ ਲੋਕ ਸ਼ੇਰ ਸਮਝੀ ਜਾਂਦੇ ਆ। ਤੇ ਘੁਮਿਆਰ ਨੇ ਗੁਰੂ ਪਿਆਰਿਓ ਜਦ ਬਾਹਰ ਖੋਲਿਆ ਤੇ ਬਾਹਰ ਵਿੱਚ ਸ਼ੇਰ ਖੜਾ ਦੇਖ ਕੇ ਪਹਿਲਾਂ ਤਾਂ ਉਹ ਡਰ ਗਿਆ। ਉਹਨੇ ਗੇਟ ਬੰਦ ਕੀਤਾ ਤੇ ਬੰਦ ਗੇਟ ਕਰਕੇ ਫਿਰ ਅੰਦਰੋਂ ਵੇਖਦਾ ਬਿਰਲਾ ਵਿੱਚ ਦੀ ਵੀ ਇਹ ਸਾਡੇ ਬਾਹਰ ਵੀ ਸ਼ੇਰ ਕਿਵੇਂ ਖੜ ਗਿਆ ਕਿ ਤੇ ਖੜਾ ਹੀ ਆ, ਕਿੰਨੇ ਚਿਰ ਦਾ ਜਾਂਦਾ ਕਿਉਂ ਨਹੀਂ। ਜਦੋਂ ਉਹਨੇ ਗੌਰ ਨਾਲ ਦੇਖਿਆ ਤੇ ਮੂੰਹ ਦੇ ਕੋਲੋਂ ਉਹਦਾ ਮੂੰਹ ਨੰਗਾ ਸੀਗਾ, ਇਸ ਕਰਕੇ ਪਤਾ ਲੱਗੇ ਵੀ ਤਾਂ ਗਧਾ ਯਾਰ ਉੱਤੇ ਕਿਸੇ ਨੇ ਸ਼ੇਰ ਦੀ ਖੱਲ ਪਾਈ ਹੋਈ ਆ। ਫਿਰ ਉਹਨੇ ਗੇਟ ਖੋਲ੍ਹਿਆ ਤੇ ਕੰਨੋਂ ਫੜ ਕੇ ਉਸ ਨੂੰ ਅੰਦਰ ਕਰ ਲਿਆ। ਉਹ ਤਾਂ ਕਹਿੰਦਾ ਤਾਂ ਸਾਡਾ ਹੀ ਗਧਾ ਗਵਾਚਿਆ ਹੋਇਆ, ਜਿਹੜਾ ਪਰਸੋਂ ਚੌਥੇ ਦਾ ਗਵਾਚਿਆ। ਸ਼ੇਰ ਦੀ ਖੱਲ ਲਾਹ ਕਰਕੇ ਉੱਤੋਂ ਪਾਸੇ ਰੱਖਤੀ ਤੇ ਉਹਦੇ ਉੱਤੇ ਫਿਰ ਇੱਟਾਂ ਢੋਣ ਵਾਲਾ ਬੋਰਾ ਲੱਦ ਲਿਆ। ਉਹਨੂੰ ਗੂਣ ਕਹਿੰਦੇ ਆ। ਉੱਠਦੇ ਵੱਡਾ ਬੋਰਾ ਹੁੰਦਾ ਹੈ, ਗਧੇ ਤੇ ਗੂਣ ਹੁੰਦੀ ਹੈ, ਛੋਟਾ ਹੁੰਦਾ ਉਹ ਲੱਦ ਲਿਆ ਤੇ ਉਸ ਤੇ ਭਾਰ ਢੋਣ ਲੱਗਿਆ। ਉਹ ਲੋਕਾਂ ਨੇ ਵੇਖਿਆ ਵੀ ਉਹ ਸ਼ੇਰ ਕਿੱਧਰ ਗਿਆ, ਪਤਾ ਲੱਗਿਆ ਉਹ ਤਾਂ ਘੁਮਿਆਰ ਨੇ ਫੜ ਲਿਆ। ਹੌਲੀ ਹੌਲੀ ਗੱਲ ਨਿਕਲੀ ਵੀ ਉਹ ਸ਼ੇਰ ਨਹੀਂ ਸੀ, ਸ਼ੇਰ ਤੇ ਆਪਣਾ ਗਧੇ ਦੇ ਉੱਤੇ ਸ਼ੇਰ ਦੀ ਖੱਲ ਬੜੀ ਹੋਈ ਸੀ।
ਫਿਰ ਲੋਕ ਆਪਸ ਵਿੱਚ ਗੱਲਾਂ ਕਰਦੇ ਆ ਵੀ ਕੀ ਬਣਿਆ, ਤੇ ਗੱਲ ਚੱਲਦੀ ਚੱਲਦੀ ਪਤਾ ਲੱਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਕੀਤਾ ਸੀਗਾ। ਫਿਰ ਪਾਤਸ਼ਾਹ ਨੇ ਦੱਸਿਆ ਵੀ ਦੇਖੋ ਬਾਣੇ ਦਾ ਕਿੰਨਾ ਅਸਰ ਹੈ, ਬਾਣੇ ਦਾ ਕਿੰਨਾ ਪ੍ਰਤਾਪ ਹੈ, ਪ੍ਰਭਾਵ ਹੈ। ਤੇ ਜਿੰਨਾ ਚਿਰ ਅਸੀਂ ਬਾਣੇ ਦੇ ਵਿੱਚ ਰਹਾਂਗੇ ਸਾਰੇ ਲੋਕ ਸਾਨੂੰ ਸਤਿਕਾਰ ਵੀ ਦੇਣਗੇ, ਪਿਆਰ ਵੀ ਕਰਨਗੇ। ਪਰ ਜਦੋਂ ਹੀ ਅਸੀਂ ਬਾਣੇ ਨੂੰ ਛੱਡ ਕੇ ਫਿਰ ਦੁਨੀਆ ਵਿੱਚ ਰਲ ਜਾਂਦੇ ਆ, ਤੇ ਫਿਰ ਗੁਰੂ ਕਹਿੰਦਾ ਨਾ ਮੈਂ ਮਦਦ ਕਰਾਂ ਨਾ ਲੋਕਾਂ ਨੇ ਸਤਿਕਾਰ ਕਹਿਣਾ, ਤੇ ਉਸੇ ਤਰ੍ਹਾਂ ਹੀ ਦੁਨੀਆ ਦਾ ਭਾਰ ਢੋਂਦੇ ਰਹੇ ਹੋ। ਫਿਰ ਜਿਵੇਂ ਗਧੇ ਨੂੰ ਦੁਬਾਰਾ ਫਿਰ ਘੁਮਿਆਰ ਨੇ ਭਾਰ ਢੋਣ ਵਾਸਤੇ ਤਿਆਰ ਕਰ ਲਿਆ। ਇਹ ਵਿਚਾਰ ਆਪਾਂ ਕੱਲ ਸਰਵਣ ਕਰ ਰਹੇ ਸੀ। ਆਓ ਇੱਥੋਂ ਆਰੰਭ ਕਰਕੇ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਬ ਗੁਲਾਲ ਨੇ ਦਵਾਰ ਉਗਾਰਾ ਖਰੂ ਕੇਰੀ ਭੀਮ ਨਿਹਾਰਾ। ਕਹਿੰਦੇ ਜਦੋਂ ਦੂਸਰੇ ਦਿਨ ਤੜਕੇ ਤੜਕੇ ਘੁਮਿਆਰ ਨੇ ਕਿਤੇ ਗੇਟ ਖੋਲਿਆ, ਤੇ ਉਹ ਕੀ ਵੇਖਦਾ, ਸਾਡੇ ਗੇਟ ਤੇ ਇੱਕ ਸ਼ੇਰ ਖੜਾ ਹੈ। ਬਹੁਰ ਭੀਰ ਕਰ ਹਿਰਨ ਲਾਗਾ ਹਲੇ ਨਾ ਚਲੇ ਨਾ ਇਤੋ ਤਿਆਗਾ। ਜਲਦੀ ਜਲਦੀ ਗੇਟ ਬੰਦ ਕਰਕੇ ਗੇਟ ਦੀਆਂ ਬਿਰਲਾਂ ਚੋਂ ਦੇਖਣ ਲੱਗਿਆ ਬਈ ਇਹ ਚਲਿਆ ਜਾਵੇ। ਪਰ ਕੀ ਵੇਖਦਾ, ਅੱਧਾ ਘੰਟਾ ਉਹ ਸ਼ੇਰ ਉੱਥੋਂ ਹਲਿਆ ਹੀ ਨਾ। ਰੂਪ ਸ਼ੇਰ ਕੋ ਕਰਨੀ ਨਾਹੀ ਨਾ ਇਵ ਕਬ ਕਰੋ ਤ ਡਰ ਜਾਏ ਨਾ। ਤੋ ਇਹ ਪੰਗਤੀ ਇਹ ਵੀ ਕਹਿੰਦੀ ਹੈ ਕਿ ਜੇ ਅਸੀਂ ਸਿੰਘ ਸੱਜ ਗਏ, ਸਿੱਖ ਬਣ ਗਏ, ਤੇ ਸਾਡੀ ਅੰਦਰਲੀ ਕਰਨੀ ਵੀ ਬਦਲਣੀ ਪੈਣੀ ਹੈ। ਗਧੇ ਦੇ ਬਾਣਾ ਦਾ ਪਾਤਾ ਸ਼ੇਰ ਦਾ, ਪਰ ਅੰਦਰੋਂ ਤਾਂ ਗਧਾ ਹੀ ਰਿਹਾ ਨਾ। ਪਰ ਸਾਨੂੰ ਏਦਾਂ ਦੇ ਨਹੀਂ ਰਹਿਣਾ ਚਾਹੀਦਾ। ਸਾਡੇ ਬਾਹਰ ਬਾਣਾ ਤੇ ਅੰਦਰ ਬਾਣੀ, ਤੇ ਸਾਡੇ ਅੰਦਰ ਬਦਲਾਅ ਆਉਣਾ ਚਾਹੀਦਾ। ਹੁਣ ਜੋ ਗਧਾ ਬਦਲ ਜਾਂਦਾ ਤੇ ਚੰਗਾ ਰਹਿੰਦਾ, ਪਰ ਬਦਲਿਆ ਨਹੀਂ ਅੰਦਰੋਂ, ਤੇ ਆ ਕੇ ਫਿਰ ਆਪਣੇ ਪੁਰਾਣੇ ਗਧੇ ਆੜੀਆਂ ਵੀ ਜਾ ਰਲਿਆ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਸ਼ਰਾਬ ਛੱਡ ਕੇ ਫਿਰ ਆਪਣਾ ਅੰਮ੍ਰਿਤ ਛਕ ਲੈਂਦੇ ਆ, ਅੰਮ੍ਰਿਤ ਛੱਡ ਕੇ ਫਿਰ ਜਾ ਕੇ ਆਪਣੇ ਸਾਥੀਆਂ ਵਿੱਚ ਰਲ ਜਾਂਦੇ ਆ। ਜਿਵੇਂ ਗੋਇੰਦਵਾਲ ਆਪਣਾ ਖਡੂਰ ਸਾਹਿਬ ਇੱਕ ਘਟਨਾ ਹੋਈ ਸੀ, ਕਿਸੇ ਮਨੁੱਖ ਨੂੰ ਮਿਰਗੀ ਦਾ ਦੌਰਾ ਪੈਂਦਾ ਸੀਗਾ, ਤੇ ਗੁਰੂ ਪਿਆਰਿਓ ਉਸ ਦੇ ਪਰਿਵਾਰ ਦੇ ਮੈਂਬਰ ਕਿਸੇ ਦੱਸਣ ਮੁਤਾਬਕ ਗੁਰੂ ਅੰਗਦ ਦੇਵ ਜੀ ਕੋਲ ਲੈ ਆਏ, ਤੇ ਕਹਿੰਦੇ ਮਹਾਰਾਜ ਸਾਡੇ ਇਸ ਮਨੁੱਖ ਨੂੰ ਠੀਕ ਕਰੋ, ਇਹਨੂੰ ਦੌਰਾ ਪੈਂਦਾ ਮਿਰਗੀ ਦਾ। ਤੇ ਪਾਤਸ਼ਾਹ ਕਹਿੰਦੇ ਸ਼ਰਾਬ ਪੀਂਦਾ? ਕਹਿੰਦੇ ਹਾਂਜੀ। ਕਹਿੰਦੇ ਫਿਰ ਸ਼ਰਾਬ ਛੱਡਣੀ ਪੈਣੀ ਹੈ। ਇਹ ਸ਼ਰਾਬ ਛੱਡ ਦੇਵੇ ਤੇ ਸਿੱਖੀ ਧਾਰਨ ਕਰ ਲਵੇ, ਚਰਨ ਪਾਹੋ ਲੈ ਲਵੇ, ਉਸ ਤੋਂ ਬਾਅਦ ਇਹਨੂੰ ਦੌਰਾ ਨਹੀਂ ਪਵੇਗਾ। ਮਰਦਾ ਕੀ ਨਾ ਕਰਦਾ, ਲੋਕਾਂ ਨੇ ਘਰਦਿਆਂ ਨੇ ਸੋਚਿਆ ਵੀ ਚਲੋ ਜਾਨ ਤਾਂ ਬਚੂਗੀ ਯਾਰ। ਉਸ ਨੇ ਸਤਿਗੁਰਾਂ ਕੋਲੋਂ ਅੰਮ੍ਰਿਤ ਲੈ ਲਿਆ, ਚਰਨ ਪਾਹੋ ਲੈ ਲਈ, ਤੇ ਗੁਰੂ ਵਾਲਾ ਬਣ ਗਿਆ। ਸ਼ਰਾਬ ਪੀਣੀ ਬੰਦ ਕਰ ਦਿੱਤੀ। ਸਮਾਂ ਬਤੀਤ ਹੁੰਦਾ ਗਿਆ, ਕਈ ਮਹੀਨੇ ਵਧੀਆ ਲੰਘ ਗਏ, ਮੁੜ ਕੇ ਦੌਰਾ ਨਹੀਂ ਪਿਆ। ਜਦੋਂ 7, 8, 10 ਮਹੀਨੇ ਵਧੀਆ ਲੰਘ ਗਏ, ਤੇ ਇੱਕ ਦਿਨ ਸਾਉਣ ਦਾ ਮਹੀਨਾ ਆਇਆ। ਮਿੰਨੀ ਮਿੰਨੀ ਕਣੀ ਜੀ ਪੈਂਦੀ ਹੈ ਗੁਰੂ ਪਿਆਰਿਓ, ਤੇ ਇਹਦੇ ਪੁਰਾਣੇ ਬੇਲੀ ਲੱਭਦੇ ਰਹਿੰਦੇ ਸੀਗੇ, ਕਿਉਂਕਿ ਕੋਲੋਂ ਜੇਬ ਚੋਂ ਖਰਚਾ ਕਰਕੇ ਪਿਆਉਂਦਾ ਸੀਗਾ। ਉਹਨਾਂ ਨੂੰ ਤਾਂ ਭਾਲਦੇ ਆ ਫਿਰ ਸ਼ਰਾਬੀ। ਤੇ ਉਹਨਾਂ ਸੋਚਿਆ ਵੀ ਬੰਦਾ ਫੇਰ ਨਾਲ ਮਿਲਾਇਆ ਜਾਵੇ ਖਹਿਰਿਆਂ ਦਾ। ਤੇ ਇੱਕ ਦਿਨ ਉਹਨਾਂ ਨੇ ਫਿਰ ਇਹਨੂੰ ਆਵਾਜ਼ ਮਾਰੀ, ਕਹਿੰਦੇ ਆ ਜਾ ਭਾਈ ਸਾਹਿਬ ਆ ਜਾਓ ਉਰੇ। ਕਹਿੰਦੇ ਨਹੀਂ ਯਾਰ ਮੈਂ ਨਹੀਂ ਪੀਂਦਾ। ਕਹਿੰਦੇ ਲੈ ਹੁਣ ਤਾਂ 10 ਮਹੀਨੇ ਹੋ ਗਏ, ਹੁਣ ਕਿਤੇ ਦੌਰਾ ਪੈਂਦਾ, ਤੂੰ ਠੀਕ ਹੋ ਗਏ ਆ, ਛੱਡ ਪਰੇ ਸਿੱਖੀ ਨੂੰ, ਪੀ ਘੁੱਟ ਵੇ, ਕਿੱਡਾ ਸੋਹਣਾ ਮੌਸਮ ਹੈ। ਉਹਨਾਂ ਦੇ ਮਗਰ ਲੱਗ ਕੇ ਬਹਿ ਗਿਆ ਉਹਨਾਂ ਕੋਲੇ, ਤੇ ਬਹਿਣ ਤੋਂ ਬਾਅਦ ਪੀਣ ਲੱਗ ਗਿਆ। ਤੇ ਪੀਂਦਿਆਂ ਪੀਂਦਿਆਂ ਉਹਨਾਂ ਨੇ ਇਹਨੂੰ ਪੂਰਾ ਆਊਟ ਕਰਤਾ, ਪੂਰਾ ਸ਼ਰਾਬੀ ਕਰਤਾ। ਤੇ ਫਿਰ ਪਤਾ ਇਹਨੂੰ ਕੀ ਕਹਿੰਦੇ, ਮਾਤਾ ਮਾਰੀ ਗਈ। ਬਾਣੀ ਕਹਿੰਦੀ ਐਸਾ ਮਦ ਮੂਲ ਨਾ ਪੀਚੇ, ਜਿਤ ਬਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮ ਧੱਕੇ ਖਾਏ। ਇਹਨੂੰ ਕਹਿੰਦੇ ਐ ਕਰ ਤੂੰ ਹੁਣ ਕੋਠੇ ਤੇ ਚੜ ਕੇ ਕਹਿ ਦੇ ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਉਦੋਂ ਕਿਰਪਾਨ ਤਾਂ ਨਹੀਂ ਸੀ ਪਾਉਂਦੇ, ਪਰ ਗੁਰਮਤ ਵਿੱਚ ਆ ਜਾਂਦੇ ਸੀ ਚਰਨ ਪਹੁਲ ਲੈ ਕੇ। ਔਰ ਸਤਿਗੁਰੂ ਇਹ ਨਸ਼ੇ ਆਦਿ ਉਦੋਂ ਬੰਦ ਕਰਾਉਂਦੇ ਸੀਗੇ। ਇਹ ਕੋਠੇ ਤੇ ਚੜ ਕੇ ਕਹਿਣ ਲੱਗਿਆ ਉੱਚੀ ਉੱਚੀ, ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ, ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਇਹ ਵੀ ਦੱਸ ਦਿਆ ਕਿ ਕਿਸੇ ਸਿੱਖ ਨੇ ਜਾ ਕੇ ਦੂਜੇ ਪਾਤਸ਼ਾਹ ਨੂੰ ਦੱਸ ਦਿੱਤਾ। ਔਰ ਇਹ ਵੀ ਕਹਿੰਦੇ ਆ ਕਿ ਇਹ ਜਿੱਥੇ ਚੁਬਾਰੇ ਤੇ ਖੜਾ ਸੀ ਕੋਠੇ ਤੇ, ਉਹ ਛੱਤ ਗੁਰੂ ਘਰ ਦੇ ਨੇੜੇ ਹੋਈ ਸੀ ਕਿਤੇ। ਚਲੋ ਕਿਸੇ ਤਰ੍ਹਾਂ ਵੀ ਗੁਰੂ ਸਾਹਿਬ ਨੂੰ ਆਵਾਜ਼ ਸੁਣ ਗਏ, ਪਤਾ ਲੱਗ ਗਿਆ, ਦੱਸਤਾ। ਕਹਿੰਦੇ ਮਾਰਿਓ ਖਹਿਰਾ ਜਿਹੜਾ ਨਾ ਜਿਹਨੂੰ ਤੁਸੀਂ ਮਿਰਗੀ ਹਟਾਈ ਸੀ, ਮਹਾਰਾਜ ਉਹ ਬੰਦੇ ਨੇ ਅੱਜ ਫਿਰ ਦਾਰੂ ਪੀਤੀ ਹੈ ਤੇ ਕੋਠੇ ਤੇ ਚੜਿਆ ਹੋਇਆ ਹੈ,
ਤੇ ਰੌਲਾ ਪਾ ਰਿਹਾ ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਕਹਿੰਦੇ ਠੀਕ ਆ ਭਾਈ, ਅਸੀਂ ਉਹਦੀ ਮਿਰਗੀ ਬੰਨ੍ਹ ਲਈ ਸੀ, ਸਿੱਖੀ ਦੇ ਦਿੱਤੀ ਸੀ, ਅੱਜ ਉਹਨੇ ਸਾਡੀ ਸਿੱਖੀ ਛੱਡੀ ਤਾਂ ਅਸੀਂ ਉਹਦੀ ਮਿਰਗੀ ਛੱਡੀ। ਕਹੋ ਸਤਿਨਾਮ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਕੋਠੇ ਤੇ ਖੜੇ ਨੂੰ ਦੌਰਾ ਪਿਆ ਤੇ ਧੌਣ ਪਰਨੇ ਥੱਲੇ ਡਿੱਗਿਆ ਤੇ ਰਾਮ ਨਾਮ ਸਤ ਹੋ ਗਿਆ, ਮਰ ਗਿਆ, ਜਮਦੂਤਾਂ ਦੇ ਵੱਸ ਪੈ ਗਿਆ। ਇਸ ਕਰਕੇ ਇੰਨਾ ਕੁ ਨਹੀਂ ਆਪਾਂ ਸਮਝਣਾ ਵੀ ਗਧੇ ਤੇ ਬਾਣਾ ਪਾਤਾ ਤੇ ਇਕੱਲਾ ਬਾਣਾ ਹੀ ਆ, ਨਾਲ ਬਾਣੀ ਵੀ ਜ਼ਰੂਰੀ ਹੈ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਅਸੀਂ ਗੁਰੂ ਦੇ ਪੰਛੀ ਆ। ਇਹ ਖੰਭ ਦੇ ਨਾਲ ਕੋਈ ਪੰਛੀ ਉੱਡ ਨਹੀਂ ਸਕਦਾਗਾ, ਦੋਨੇ ਖੰਭ ਚਾਹੀਦੇ ਆ, ਬਾਣੀ ਤੇ ਬਾਣੀ। ਚਲੋ ਖੈਰ, ਗਧੇ ਦੀ ਕਹਾਣੀ ਪਾਤਸ਼ਾਹ ਨੇ ਵਰਤਾਈ। ਉਸ ਗਧੇ ਨੇ ਜਾ ਕੇ ਕਲਾਲ ਬ੍ਰਾਹਮਣ ਦੇ ਆਪਣਾ ਘੁਮਿਆਰ ਦੇ ਬਾਰ ਵਿੱਚ ਜਾ ਕੇ ਖੜਨਾ ਕੀਤਾ। ਅਖੀਰ ਘੰਟੇ ਬਾਅਦ ਘੁਮਿਆਰ ਨੇ ਕੰਨੋਂ ਫੜ ਕੇ ਅੰਦਰ ਕਰ ਲਿਆ ਤੇ ਉੱਤੇ ਪਾਈ ਹੋਈ ਖਲ ਲਾ ਦਿੱਤੀ ਤੇ ਫਿਰ ਉਸ ਤੇ ਭਾਰ ਵਾਲਾ ਬੋਰਾ ਲੱਦ ਲਿਆ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਨੇ ਸਨੇ ਨਿਕੇ ਜਬ ਹੀਰਾ, ਏਤੇ ਕੇਰ ਨਹੀਂ ਬਡੇਰਾ। ਜਦੋਂ ਹੌਲੀ ਹੌਲੀ ਉਹਨੂੰ ਪਤਾ ਲੱਗਿਆ ਵੀ ਇਹ ਸ਼ੇਰ ਨਹੀਂ ਹੈਗਾ, ਇਹ ਤਾਂ ਗਧਾ ਹੈ। ਤੇਰੇ ਜਾਇ ਦੀਨ ਕਹਤਾ ਹੈ, ਹਤੀ ਦਸ ਕਟਾ ਪ੍ਰਿਸ਼ਟੀ ਮਾਹੀ। ਉਹ ਨੇੜੇ ਗਿਆ ਤੇ ਕੰਨ ਫੜ ਲਿਆ, ਉਸਦਾ ਕੰਨ ਦਿਖਾਈ ਦਿੰਦਾ ਸੀਗਾ। ਲੋਕ ਦੂਰੋਂ ਵੇਖਦੇ ਸੀ ਢੂਈ ਤੇ ਮੜੀ ਹੋਈ ਖਲ, ਮੂੰਹ ਵਾਲਾ ਪਾਸਾ ਉਹਦਾ ਖਾਲੀ ਸੀ, ਕਿਉਂਕਿ ਸ਼ੇਰ ਦੀ ਖੋਪੜੀ ਤਾਂ ਉਹਦੇ ਮੂੰਹ ਤੇ ਫਿੱਟ ਨਹੀਂ ਸੀ ਆਉਂਦੀ। ਚਲੋ ਇੱਥੋਂ ਤੱਕ ਉਹਦੀ ਖਲ ਲਾਹੀ, ਕੁਝ ਪੈਰਾਂ ਤੇ ਮੜਤੀ, ਢੂਈ ਤੇ ਮੜਤੀ ਉਸਦੇ। ਉਹ ਕੰਨੋਂ ਫੜਿਆ, ਅੰਦਰ ਕੀਤਾ ਤੇ ਦੋ ਮਾਰੇ ਡੰਡੇ ਉਸਦੇ। ਪੀੜ ਪ੍ਰਦਾਨ ਬਗੰਬਰ ਲਾਹਿਓ, ਗੁਣ ਨਾਦ ਕਿਤੇ ਜੀਵਨ ਚਾਹਿਓ। ਜਿਹੜਾ ਬਾਗ ਦਾ ਕੱਪੜਾ ਸੀ ਭਾਗ, ਸ਼ੇਰ ਦੀ ਖਲ ਸੀ, ਬਗੰਬਰ ਸ਼ੇਰ ਦੀ ਖਲ, ਉਹ ਲਾ ਦਿੱਤੀ ਹੈ ਜਿਹੜੀ ਉੱਤੇ ਸਿਉਂਤੀ ਹੋਈ ਸੀ। ਔਰ ਫਿਰ ਉਸ ਦੇ ਉੱਤੇ ਗੁਣ ਭਾਵ ਉਹ ਬੋਰਾ ਲੱਦ ਲਿਆ ਬੇਟ ਵਾਲਾ, ਜਿਹਦੇ ਵਿੱਚ ਇੱਟਾਂ ਜਾਂ ਮਿੱਟੀ ਪਾ ਕੇ ਢੋਂਦੇ ਐ। ਸਭ ਗੁਰ ਮੇ ਪਾਵਿਦ ਤੇ ਪ੍ਰਸੰਗ, ਕਿਨੂ ਜਾਏ ਕਹਿਓ ਗੁਰ ਸੰਗ। ਗੁਰੂ ਪਿਆਰਿਓ, ਇਹ ਪ੍ਰਸੰਗ ਦੁਨੀਆ ਵਿੱਚ ਫੈਲ ਗਿਆ। ਮਹਾਰਾਜ ਆਪਣਾ ਸ਼ੇਰ ਫੜ ਲਿਆ, ਘੁਮਿਆਰ ਨੇ ਕਹਿੰਦੇ ਫੜਨਾ ਹੀ ਸੀ, ਉਹਦਾ ਗਧਾ ਸੀ ਭਾਈ। ਤੇ ਗੁਰੂ ਸਾਹਿਬ ਦੇ ਕੋਲ ਫਿਰ ਸੰਗਤਾਂ ਆਉਂਦੀਆਂ ਐ ਜੀ। ਕਹਿ ਤੋ ਤੇ ਨਰ ਜਿਸ ਕੋ ਸ਼ੇਰ, ਕਹਿਓ ਸੋ ਕਰ ਕੁਲਾਲ ਨਾ ਹੀਰ। ਹੁਣ ਸਾਰੇ ਕਹਿਣ ਲੱਗੇ ਹੋਏ ਜਿਹਨੂੰ ਸ਼ੇਰ ਸਮਝ ਕੇ ਡਰੀ ਜਾਂਦੇ ਸੀ, ਉਹ ਤਾਂ ਘੁਮਿਆਰਾਂ ਦਾ ਗਧਾ ਸੀਗਾ। ਗੁਰੂ ਸਾਹਿਬ ਨੇ ਉਸ ਤੇ ਜਾਣ ਬੁੱਝ ਕੇ ਸ਼ੇਰ ਦੀ ਖਲ ਮੜੀ ਸੀ। ਲੱਦੇ ਗੁਣ ਮ੍ਰਿਗ ਛਾਲ ਉਤਾਰੀ, ਡਰੇ ਲੋਕ ਪਾ ਕੌਤਕ ਭਾਰੀ। ਜਿਸ ਗਧੇ ਤੋਂ ਸ਼ੇਰ ਦੀ ਖਲ ਕਰਕੇ ਦੁਨੀਆ ਡਰਦੀ ਸੀ, ਜਦ ਉਹ ਜਾ ਕੇ ਗਧਿਆਂ ਵਿੱਚ ਰਲ ਗਿਆ ਤੇ ਫੇਰ ਘੁਮਿਆਰ ਦਾ ਭਾਰ ਢੋਣ ਲੱਗਿਆ ਜੀ। ਸਭ ਸਤਿਗੁਰ ਸਭ ਹੁਣ ਸੁਨਾਇਓ, ਇਹ ਦ੍ਰਿਸ਼ਟਾਂਤ ਤੁਮੇ ਦਿਖਰਾਇਓ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਉਦਾਹਰਨ ਦਿੱਤੀ ਹੈ ਕਿ ਮਨੁੱਖ ਦੇ ਨਾਲ ਐਦਾਂ ਹੁੰਦੀ ਹੈ ਜੇ ਗਧੇ ਵਰਗਾ ਜੀਵਨ ਰਹੇ। ਜਾਤ ਪਾਤ ਮੇ ਰਸਬ ਜੈਸੇ, ਬਸੀ ਕੁਲਾਲ ਲਾਜ ਮੈਂ ਤੈਸੇ। ਜਿਹੜਾ ਆਪਣੀ ਜਾਤ ਪਾਤ ਤੋਂ ਉੱਚਾ ਨਹੀਂ ਉੱਠਦਾਗਾ, ਜਿਹੜਾ ਆਪਣੇ ਸੁਭਾਅ ਲੱਛਣ ਗੁਣ ਆਦਿ ਬਦਲਦਾ ਨਹੀਂ, ਉਹ ਤਾਂ ਗਧੇ ਵਰਗਾ ਹੈ ਤੇ ਇੱਕ ਦਿਨ ਘੁਮਿਆਰਾਂ ਦੇ ਵੱਸ ਪੈ ਜਾਂਦਾ ਹੈ ਜੀ। ਇਸ ਤੇ ਸਤਿਗੁਰ ਲੈ ਨਿਕਾਸ, ਬਖਸ਼ੇ ਸਕਲ ਪਦਾਰਥ ਪਾਸ। ਘੁਮਿਆਰ ਦੇ ਵੱਸ ਤਾਂ ਗਧਾ ਪੈਂਦਾ ਤੇ ਅਸੀਂ ਕਿਹੜੇ ਘੁਮਿਆਰਾਂ ਦੇ ਵੱਸ ਪਾਵਾਂਗੇ? ਟੇਢੀਆਂ ਜੂਨਾਂ ਵਿੱਚ ਜਾ ਕੇ। ਫਿਰ ਪਾਤਸ਼ਾਹ ਜੀ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਬਿਰਖ ਕਹਿੰਦੀ ਹੈ ਬਲਦ ਨੂੰ। ਕਈ ਜੂਨਾ ਫਿਰ ਬਲਦ ਬਣ ਕੇ ਗਧੇ ਬਣ ਕੇ ਲੋਕਾਂ ਦਾ ਭਾਰ ਢੋਣਾ ਪੈਂਦਾ ਹੈ। ਇਸ ਕਰਕੇ ਜਮਰਾਜ ਦੇ ਵੱਸ ਪੈ ਜਾਾਂਗੇ, ਉਸ ਘੁਮਿਆਰ ਦੇ ਵੱਸ ਪੈ ਜਾਾਂਗੇ ਜਿਹੜਾ ਤਰ੍ਹਾਂ ਤਰ੍ਹਾਂ ਦੇ ਸਰੀਰ ਘੜ ਕੇ ਜੀਵਾਂ ਨੂੰ ਉਹਨਾਂ ਵਿੱਚ ਪਾਉਂਦਾ ਹੈ ਜੀ। ਕਹਿਤੋ ਤੇ ਨਰ ਜਿਸ ਕੋ ਸ਼ੇਰ, ਕਹਿਓ ਸਰ ਕੋ ਲਾਲ ਨਾ ਹੀਰ। ਕਹਿੰਦੇ ਯਾਰ ਜਿਹਨੂੰ ਆਪਾਂ ਸ਼ੇਰ ਸਮਝਦੇ ਸੀਗੇ ਉਹ ਤਾਂ ਗਧਾ ਨਿਕਲਿਆ। ਜਾਤ ਪਾਤ ਮੇਰਾ ਸੁਭ ਜੈਸੇ, ਬਸੀ ਕੁਲਾਲ ਲਾਜ ਮੈਂ ਤੈਸੇ। ਔਰ ਜਿਹੜੇ ਲੋਕ ਜਾਤ ਪਾਤ ਤੋਂ ਉੱਚੇ ਨਹੀਂ ਉੱਠਦੇਗੇ, ਉਹਨਾਂ ਦੀ ਇਹੀ ਹਾਲਤ ਹੁੰਦੀ ਹੈ। ਭਾਵ ਗਧਾ ਹਿਣਕਦੇ ਗਧਿਆਂ ਨੂੰ ਸੁਣ ਕੇ ਜਾਂ ਆਪਣੇ ਸਾਥੀ ਗਧਿਆਂ ਨੂੰ ਯਾਦ ਕਰਕੇ ਉਹਨਾਂ ਵਿੱਚ ਜਾ ਹੀ ਰਲਿਆ। ਇਸ ਤੇ ਸਤਿਗੁਰ ਲੈ ਨਿਕਾਸ, ਬਖਸ਼ੇ ਸਕਲ ਪਦਾਰਥ ਪਾਸ। ਹਾਂ, ਗੁਰੂ ਸਾਨੂੰ ਮਨਮੁਖ ਗਧਿਆਂ ਵਿੱਚੋਂ ਕੱਢ ਕੇ ਗੁਰਮੁਖ ਬਣਾ ਸਕਦਾ ਹੈ, ਸ਼ੇਰ ਬਣਾ ਸਕਦਾ ਹੈ, ਸਿੰਘ ਬਣਾ ਸਕਦਾ ਹੈ। ਪਰ ਜੇ ਗੁਰੂ ਨੂੰ ਬਾਹ ਫੜਾ ਦਈਏ
ਤਾਂ ਗੁਰੂ ਇਹ ਸੰਸਾਰ ਦੀਆਂ ਜੂਨਾਂ ਚੋਂ ਕੱਢ ਕੇ ਸਾਨੂੰ ਬਖਸ਼ ਕੇ ਸਾਰੀਆਂ ਦਾਤਾਂ ਵੀ ਦਿੰਦਾ ਹੈ, ਔਰ ਗਧਿਆਂ ਤੋਂ ਸਿੰਘ ਬਣਾ ਸਕਦਾ ਹੈ, ਸ਼ੇਰ ਬਣਾ ਸਕਦਾ ਹੈ, ਭਾਵ ਚੜ੍ਹਦੀ ਕਲਾ ਦੇ ਮਨੁੱਖ ਬਣਾ ਸਕਦਾ, ਮਾਨਸ ਜਨਮ ਦੁਲੰਭ ਕਰ ਸਕਦਾ ਹੈ ਸਾਡਾ, ਜੇ ਗੁਰੂ ਵਾਲੇ ਬਣ ਜਾਈਏ। ਨਹੀਂ ਤਾਂ ਫਿਰ ਪਸ਼ੂਆਂ ਦੀ ਨਿਆਈ ਸਾਡਾ ਜੀਵਨ ਬਤੀਤ ਹੋ ਜਾਂਦਾ ਹੈ। ਭਗਤ ਜੀ ਤਾਂ ਇਹਨੂੰ ਪਸ਼ੂਆਂ ਤੋਂ ਵੀ ਥੱਲੇ ਗਿਣਦੇ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਜੇ ਪਸ਼ੂ ਮਰ ਜਾਵੇ ਤੇ ਉਹਦੀ ਖੱਲ, ਉਹਦਾ ਚਮੜਾ, ਉਹਦੇ ਹੱਡੀਆਂ ਕੰਮ ਆ ਜਾਂਦੀਆਂ, ਪਰ ਮਨੁੱਖ ਦੇ ਵਿੱਚੋਂ ਜਦੋਂ ਮਨੁੱਖਾਂ ਵਾਲੇ ਗੁਣ ਖਤਮ ਹੋ ਜਾਣ, ਰਹਿੰਦਾ ਤਾਂ ਮਨੁੱਖ ਹੀ ਆ। ਬਾਹਰੀ ਤੌਰ ਤੇ ਵੇਖਾਂਗੇ ਮਨੁੱਖ ਦਿਸੂਗਾ, ਪਰ ਜਦੋਂ ਨਰੂ ਦਾ ਮਤਲਬ ਹੈ ਨਰ ਦੇ ਨਰਾਂ ਵਾਲੇ ਗੁਣ, ਤੇ ਨਰ ਵਾਲੇ ਗੁਣ ਕੀ ਹੈ? ਬੰਦਾ ਹੋਏ ਸੋ ਬੰਦਗੀ ਕਹੈ, ਭਾਵ ਚੰਗੇ ਲੱਛਣ, ਚੰਗਾ ਸੁਭਾਅ ਰੱਖਣ ਵਾਲਾ ਮਨੁੱਖ, ਦਇਆ ਧਰਮ ਸਤ ਸੰਤੋਖ ਰੱਖਣ ਵਾਲਾ ਮਨੁੱਖ। ਜਦੋਂ ਇਹਦੇ ਵਿੱਚੋਂ ਇਹ ਗੁਣ ਖਤਮ ਹੋ ਜਾਣ, ਨਰੂ ਮਰੈ ਨਰ ਕਾਮ ਨ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, मैं क्या जानो बाबा रे। केस जले जैसे घास का पूला, हाड़ जले जैसे लकड़ी का तूला। ਇਹ ਸਰੀਰ ਨੇ ਤੇ ਆਈ ਖਤਮ ਹੋ ਜਾਣਾ ਹੈ। ਪਾਤਸ਼ਾਹ ਜੀ ਦੇ ਹੱਥ ਬਾਂਹ ਦੇ ਦਈਏ, ਉਹਨਾਂ ਨੂੰ ਬਾਂਹ ਫੜਾ ਦਈਏ, ਤਾਂ ਉਹ ਸਾਨੂੰ ਟੇਢੀਆਂ ਜੂਨਾਂ ਚੋਂ ਕੱਢ ਕੇ ਪਰਮੇਸ਼ਰ ਵਿੱਚ ਮਿਲਾ ਸਕਦੇ ਹਨ। ਸ੍ਰੀ ਅਸੀਂ ਤੁਝ ਕੋ ਦੇ ਕਰਬਾਨਾ, ਸਭ ਤੇ ਉੱਚੇ ਕਰੇ ਸੁਤਾਣਾ। ਗੁਰੂ ਨੂੰ ਬਾਂਹ ਫੜਾ ਦਈਏ ਤੇ ਸਾਨੂੰ ਉਹ ਬਾਣਾ ਜਿਹੜਾ ਪਰਮੇਸ਼ਰ ਕੋਲੋਂ ਆਇਆ ਹੈ, ਸਾਬਤ ਸੂਰਤ ਖਾਲਸੇ ਦਾ ਬਾਣਾ ਜੋ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ। ਨੀਲੰਬਰ ਨਿਹੰਗ ਸਿੰਘ ਵੀ ਉਹ ਬਾਣਾ ਪਾਉਂਦੇ ਆ, ਖੈਰ ਖਾਲਸਾ ਰੂਪ ਹੋਣਾ। ਕਹਿਣ ਲੱਗੇ ਗੁਰੂ ਫਿਰ ਸਾਨੂੰ ਉਹ ਬਾਣਾ ਦੇ ਕੇ ਇੱਕ ਅਲੱਗ ਰੂਪ ਬਖਸ਼ਦਾ ਹੈ। ਇਸ ਕਰਕੇ ਕਹਿਣਾ ਪਿਆ ਕਬੀਰ ਸਾਹਿਬ ਜੀ ਨੂੰ ਵੀ ਕਿ ਨਾਮ ਹਿੰਦੂ ਨਾ ਮੁਸਲਮਾਨ। ਕੁਝ ਹਿੰਦੂ ਕਹਿੰਦੇ ਸੀ ਭਗਤ ਕਬੀਰ ਹਿੰਦੂਆਂ ਦਾ ਬੱਚਾ ਸੀਗਾ, ਪਰ ਕੁਝ ਮੁਸਲਮਾਨ ਕਹਿੰਦੇ ਨਹੀਂ ਇਹ ਮੁਸਲਮਾਨ ਹੈ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਾਲਿਆ ਸੀਗਾ, ਨੀਰੂ ਤੇ ਨੀਮਾ, ਇਹਨਾਂ ਦੇ ਮਾਤਾ ਪਿਤਾ ਉਹ ਮੁਸਲਮਾਨ ਸੀਗੇ। ਗੁਰੂ ਪਿਆਰਿਓ ਨਦੀ ਤੇ ਕਹਿੰਦੇ ਗਏ ਸੀ ਕੱਪੜੇ ਧੋਣ ਵਾਸਤੇ, ਤੇ ਉੱਥੋਂ ਇਹਨਾਂ ਨੂੰ ਇਹ ਭਗਤ ਕਬੀਰ ਸਾਹਿਬ ਜੀ ਮਿਲੇ ਸਨ। ਪਰ ਜਨਮ ਇਹਨਾਂ ਦੇ ਕਿਹੜੀ ਮਾਤਾ ਨੇ ਦਿੱਤਾ, ਕਿਹੜਾ ਪਿਓ ਸੀ, ਇਹਦਾ ਕਿਸੇ ਨੂੰ ਨਹੀਂ ਪਤਾ। ਨੀਰੂ ਨੀਮਾ ਨੇ ਇਸ ਬੱਚੇ ਨੂੰ ਲਿਆ ਕੇ ਪਾਲਿਆ ਸੀਗਾ। ਇਸ ਕਰਕੇ ਦੋਨੇ ਇਹਦੇ ਉੱਤੇ ਆਪਣਾ ਹੱਕ ਜਤਾਉਂਦੇ ਸੀ ਅੱਗੇ ਜਾ ਕੇ, ਕਿਉਂਕਿ ਵੱਡਾ ਭਗਤ ਹੋ ਗਿਆ। ਨੀਰੂ ਨੀਮਾ ਮੁਸਲਮਾਨਾਂ ਕਰਕੇ ਲੋਕ ਇਹਨਾਂ ਨੂੰ ਮੁਸਲਮਾਨ ਕਹਿੰਦੇ ਸੀ, ਪਰ ਕੁਝ ਲੋਕ ਕਹਿੰਦੇ ਨਹੀਂ ਉਹਨਾਂ ਦਾ ਬੱਚਾ ਨਹੀਂ, ਇਹ ਹਿੰਦੂਆਂ ਦਾ ਬੱਚਾ ਸੀ। ਭਗਤ ਜੀ ਨੇ ਗੁਰੂ ਪਿਆਰੋ ਮਗਰੋਂ ਹੀ ਲਾਤੇ ਦੋਨੇ, ਕਹਿੰਦੇ ਨਾ ਅਸੀਂ ਹਿੰਦੂਆਂ ਨਾ ਮੁਸਲਮਾਨ ਹੈ। ਖਾਲਸੇ ਨੂੰ ਵੀ ਕਿਹਾ ਜਾਂਦਾ ਹੈ ਫਲਾਨਿਆਂ ਦੀ ਅੰਸ਼ ਹੈ, ਝੌਂਕਿਆਂ ਦੀ ਅੰਸ਼ ਹੈ। ਜਦੋਂ ਇਹ ਖਾਲਸਾ ਸਾਜਤਾ, ਇਹਦੀਆਂ ਸਾਰੀਆਂ ਜਾਤਾਂ ਪਾਤਾਂ ਖਤਮ ਕਰਤੀਆਂ ਗੁਰੂ ਸਾਹਿਬ ਨੇ। ਕੋ ਸਤਨਾਮ ਸ੍ਰੀ। ਠੀਕ ਹੈ, ਪਿੱਛੋਂ ਕਿਤੋਂ ਵੀ ਜਨਮ ਹੋਇਆ ਮਨੁੱਖ ਦਾ, ਪਰ ਜਦ ਦੂਜਾ ਜਨਮ ਹੋ ਗਿਆ, ਗੁਰ ਕਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਫਿਰ ਅਸੀਂ ਉਸ ਜਾਤ ਪਾਤ ਨੂੰ ਜਾਣਦੇ ਨਹੀਂ, ਸਾਡੀ ਜਾਤ ਪਾਤ ਹੀ ਖਤਮ ਕਰ ਦਿੱਤੀ। ਜਦ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇਹੋ ਸਦ ਸਦ ਸੰਗਾ। ਜਬਲਾ ਖਾਲਸਾ ਰਹੇ ਨਿਆਰਾ, ਇਹਨੂੰ ਨਿਰਾਲਾਪਣ ਦਿੱਤਾ ਗੁਰੂ ਸਾਹਿਬ ਨੇ। ਜਿੰਨਾ ਚਿਰ ਇਹ ਨਿਆਰਾਪਣ ਬਣਾਈ ਰੱਖੇਗਾ, ਤਬ ਲਗ ਤੇਜ ਦਿਓ ਮੈਂ ਸਾਰਾ, ਮੈਂ ਸਾਰੇ ਪ੍ਰਤਾਪ ਇਹਨੂੰ ਦੇਵਾਂਗਾ, ਤਾਕਤ ਦੇਵਾਂਗਾ। ਪਰ ਜਦੋਂ ਇਹ ਵੀ ਇਸ ਗਧੇ ਦੀ ਤਰ੍ਹਾਂ ਉਹਨਾਂ ਬਿਪਰਾਂ ਦੀਆਂ ਰੀਸਾਂ ਧਾਰਨ ਕਰ ਗਿਆ, ਜਾਵੇਗਾ ਹੈ ਬਿਪਰਨ ਕੀ ਰੀਸ ਮੈਂ ਨਾ ਕਰੋ ਇਨਕੀ ਪ੍ਰਤੀਤ, ਫਿਰ ਮੇਰਾ ਕੁਛ ਨਹੀਂ ਲੱਗਦਾਗਾ। ਜਦੋਂ ਇਹ ਵੀ ਪੁਰਾਣੇ ਕਰਮਕਾਂਡ ਦੁਬਾਰਾ ਕਰਨ ਲੱਗ ਪਿਆ, ਸਿੱਖੀ ਛੱਡ ਦਿੱਤੀ, ਕੇਸ ਕਟਾ ਦਿੱਤੇ, ਬਾਣਾ ਲਾ ਦਿੱਤਾ, ਬਾਣੀ ਛੱਡ ਦਿੱਤੀ, ਫਿਰ ਮੈਂ ਇਹਨੂੰ ਕਦੇ ਖਾਲਸੇ ਵਿੱਚ ਨਹੀਂ ਰਲਾਵਾਂਗਾ, ਨਾ ਇੱਥੇ ਤੇ ਨਾ ਉੱਥੇ, ਦੋਹੀ ਜਹਾਨੀ ਕਿਤੇ ਮਦਦ ਨਹੀਂ ਕਰਾਂਗਾ। ਮੈਂ ਫਿਰ ਉਸ ਦਾ ਜ਼ਿੰਮੇਵਾਰ ਨਹੀਂ ਹਾਂ। ਸ੍ਰੀ ਅਸੀਂ ਤੁਝ ਕੋ ਦੇ ਕਰਬਾਨਾ, ਸਭ ਤੇ ਉੱਚੇ ਕਰੇ ਸੁਤਾਣਾ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਉਸ ਪਰਮੇਸ਼ਰ ਤੋਂ ਮਿਲਿਆ ਹੋਇਆ ਬਾਣਾ ਦੇ ਕੇ ਸਾਡੀ ਤਾਕਤ ਉੱਚੀ ਕਰ ਦੇਵਣਗੇ ਜੀ। ਪਲਤ ਵਿਖੇ ਸ਼ੁਭ ਭੋਗ ਵਿਸਾਲੇ, ਪਲਤ ਵਿਖੇ ਮੈਂ ਕਰੋ ਸੰਭਾਲੇ। ਔਰ ਜਿਹੜੇ ਮੇਰੀ ਗੱਲ ਮੰਨਣਗੇ ਉਹਨਾਂ ਨੂੰ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੈਂ ਸੰਭਾਲਾਂਗਾ। ਉੱਤਮ ਪਦ ਮੈਂ ਤਬ ਪਹੁੰਚਾਉ, ਜਬ ਬਸ ਪਰਬੇ ਤੇ ਛੁਟਕਾਉ। ਉਹਨੂੰ ਮੈਂ ਜਮਾਂ ਦੇ ਵਸ ਨਹੀਂ ਪੈਣ ਦੇਵਾਂਗਾ।
ਜੇ ਕਿਸੇ ਕਾਰਨ ਜਮਾਂ ਦੇ ਵੱਲ ਜਾਂਦਾ ਵੀ ਹੈ ਤਾਂ ਮੈਂ ਛਡਾਊਂਗਾ, ਮੈਂ ਜ਼ਿੰਮੇਵਾਰ ਹਾਂ ਉਸ ਦਾ। ਤੇ ਉੱਥੇ ਜ਼ਿੰਮੇਵਾਰੀ ਛੱਡਤੀ ਸੀ ਨਾ। ਜਦੋਂ ਗੁਰੂ ਪਿਆਰਿਓ ਮਾਝੇ ਦੇ ਸਿੱਖਾਂ ਨੇ ਲਿਖ ਦਿੱਤਾ, ਬੇਦਾਵਾ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਪਾਤਸ਼ਾਹ ਨੇ ਕਿਉਂ ਲਿਖਾਇਆ ਸੀ? ਕਿਉਂਕਿ ਪਾਤਸ਼ਾਹ ਦੋਹਾਂ ਜਹਾਨਾਂ ਦੇ ਮਾਲਕ ਹੈ। ਜਾਮਣ ਬਣਦੇ ਆ ਸਿੰਘ ਦੇ, ਸਿੱਖ ਦੇ ਜ਼ਿੰਮੇਵਾਰ ਬਣਦੇ ਹੈ। ਤੇ ਜੇ ਕੋਈ ਬਾਹਰੀ ਤੌਰ ਤੇ ਬਾਣਾ ਪਾਵੇ ਪਰ ਅੰਦਰੋਂ ਸਿੱਖੀ ਵਾਲੇ ਰੂਪ ਚ ਨਾ ਆਵੇ ਤੇ ਫਿਰ ਗੁਰੂ ਕੀ ਕਰੇ? ਗੁਰੂ ਪਿਆਰਿਓ, ਫਿਰ ਗੁਰੂ ਨੂੰ ਆਪਣੀ ਜਾਮਣੀ ਖਤਮ ਕਰਨੀ ਪੈਣੀ ਆ। ਇਸ ਕਰਕੇ ਉਹਨਾਂ ਨੇ ਲਿਖਵਾਇਆ ਸੀਗਾ ਬਈ ਲਿਖ ਕੇ ਦੇ ਦਿਓ, ਜਿਹੜੇ ਕਹਿੰਦੇ ਆ ਸੈਨ ਕਰ ਦਿਓ ਮਾੜੇ ਜੀ। ਤੇ ਫਿਰ ਪਤਾ ਲੱਗਿਆ ਨਾ, ਜਦੋਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਸੱਚਖੰਡ ਚੋਂ ਕਹਿੰਦੇ ਜਵਾਬ ਮਿਲ ਗਿਆ ਬਈ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਇਓ, ਪਹਿਲਾਂ ਗੁਰੂ ਦੇ ਲੜ ਲੱਗੋ, ਫਿਰ ਤੁਹਾਨੂੰ ਐਂਟਰੀ ਮਿਲੇਗੀ ਸੱਚਖੰਡ ਚ। ਕਹਿੰਦੇ ਫਿਰ ਭਾਈ ਮਹਾ ਸਿੰਘ ਦੀ ਰੂਹ ਵੀ ਉੱਥੋਂ ਹੋ ਮੁੜਦੀ ਹੈ, ਜਿਨ੍ਹਾਂ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਬੇਦਾਵਾ ਪੜਵਾਇਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੜਾ ਮੇਰੀ ਸਿੱਖੀ ਨੂੰ ਵਕਾਇਦਾ ਧਾਰਨ ਕਰਕੇ ਰੱਖੇਗਾ ਉੱਤਮ ਪਦ ਦੇਵਾਂਗਾ, ਉਹਨੂੰ ਮੈਂ ਜਮਾਂ ਦੇ ਵਸ ਨਹੀਂ ਜਾਣ ਦੇਵਾਂਗਾ। ਜੇ ਮਰਦੇ ਮਰਦੇ ਵੀ ਯਾਦ ਕਰ ਲਿਆ, ਏਕ ਚੀਤ ਛੇ ਇੱਕ ਤਿੰਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਮੈਂ ਜਮਾਂ ਦੀ ਫਾਂਸੀ ਨਹੀਂ ਪੈਣ ਦੇਵਾਂਗਾ। ਤੁਹਾਡੇ ਸਾਹਮਣੇ ਕਹਾਣੀ ਆ, ਜਿਸ ਤਰ੍ਹਾਂ ਮੈਂ ਗਧੇ ਉੱਤੇ ਖੱਲ ਪਾ ਦਿੱਤੀ ਸੀ ਤੇ ਬਿਨਾਂ ਡਰ ਉਹ ਲੋਕਾਂ ਦੀ ਚਰੀ ਖਾਂਦਾ ਰਿਹਾ, ਫਸਲ ਖਾਂਦਾ ਰਿਹਾ। ਕਿਸੇ ਦਾ ਗੁਰੂ ਪਿਆਰਿਓ ਜ਼ੋਰ ਨਹੀਂ ਲੱਗਿਆ ਬਈ ਅਸੀਂ ਉਹਨੂੰ ਆਪਣੇ ਖੇਤ ਚੋਂ ਕੱਢੀਏ, ਕਿਉਂਕਿ ਡਰਦੇ ਸੀ ਲੋਕ ਬਾਣਾ ਦੇਖ ਕੇ ਕੋਈ ਸ਼ੇਰ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਹੀ ਤੇ ਜਦੋਂ ਫਿਰ ਆਪਣੇ ਪੁਰਾਣੇ ਮਿੱਤਰਾਂ ਨੂੰ ਯਾਦ ਕਰਕੇ, ਭਾਵ ਗਧਿਆਂ ਨੂੰ ਯਾਦ ਕਰਕੇ ਆਪਣੇ ਘੁਮਿਆਰ ਦੇ ਘਰ ਜਾ ਖੜਿਆ ਤੇ ਘੁਮਿਆਰ ਨੇ ਲਾਹ ਕੇ ਉੱਤੋਂ ਸ਼ੇਰ ਦਾ ਬਾਣਾ ਤੇ ਬੋਰਾ ਲੱਦ ਲਿਆ ਵਜਨ ਵਾਲਾ, ਤੇ ਨਾਲੇ ਹੁਣ ਡੰਡੇ ਵੀ ਪੈਣ ਲੱਗੇ ਉਹਦੇ। ਇਸ ਹੋਏ ਸਿੰਘ ਜਾਤ ਮੈਂ ਪਰੈ, ਤਜੇ ਸ਼ਾਸਤਰ ਪੈ ਕੋਈ ਨਾ ਧਰੈ। ਇਸ ਕਰਕੇ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਕੋਈ ਸਿੰਘ ਆਪਣੀ ਜਾਤ ਪਾਤ ਦੀ ਗੱਲ ਕਰੇਗਾ, ਮੈਂ ਫਲਾਨਿਆਂ ਦਾ ਮੁੰਡਾ, ਮੈਂ ਧਿਉਂਕਿਆਂ ਦਾ ਮੁੰਡਾ। ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕਰਤੀ ਹੈ, ਬਸ ਅਸੀਂ ਸਿੰਘ ਆ, ਗੁਰੂ ਕੇ ਖਾਲਸੇ ਆ, ਹੋਰ ਸਾਡੀ ਕੋਈ ਜਾਤ ਪਾਤ ਨਹੀਂ। ਕਿਉਂਕਿ ਸਤਿਗੁਰਾਂ ਨੇ ਉਹ ਕਾਰਜ ਕੀਤਾ ਜਿਹੜਾ ਮਨੋ ਬਿਰਤੀ ਦੇ ਲੋਕਾਂ ਨੇ ਪਾੜਿਆ। ਲੋਕਾਂ ਨੂੰ ਪਾੜ ਕੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਪਾਤਸ਼ਾਹ ਜੀ ਨੇ ਉਹਨਾਂ ਚਾਰਾਂ ਪੰਜਾਂ ਨੂੰ ਫੇਰ ਇਕੱਠੇ ਕਰਕੇ ਪੰਜਾਂ ਪਿਆਰਿਆਂ ਨੂੰ ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਪਾਤਸ਼ਾਹ ਜੀ ਨੇ ਇਕੱਤਰ ਕਰਕੇ ਪੰਜ ਪਿਆਰੇ ਬਣਾ ਕੇ ਦੱਸ ਦਿੱਤਾ ਕਿ ਹੁਣ ਤੁਹਾਡੀ ਕੋਈ ਜਾਤ ਪਾਤ ਨਹੀਂ, ਮੇਰੇ ਰੂਪ ਹੋ, ਖਾਲਸਾ ਹੋ, ਸਿੰਘ ਹੋ। ਇਸ ਕਰਕੇ ਪਰ ਜਿਹੜਾ ਸਿੰਘ ਹੋ ਕੇ, ਮੇਰਾ ਸਿੱਖ ਹੋ ਕੇ, ਫਿਰ ਕਹਿੰਦਾ ਹੈ ਜਿਵੇਂ ਕਈ ਵਾਰੀ ਗੇਟਾਂ ਤੇ ਲਿਖਿਆ ਹੁੰਦਾ ਹੈ, ਗੁਰੂ ਪਿਆਰਿਓ ਅੰਮ੍ਰਿਤ ਸਿੱਧੂ ਤੇ ਵਿਚਾਲੋ ਸਿੰਘ ਚਾਕੀ ਦਿੱਤਾ, ਉਹ ਤਾਂ ਚੱਕਿਆ ਹੀ ਜਾਣਾ। ਜਦੋਂ ਪਿੱਛੇ ਜਾਤ ਲਿਖਣੀ ਸ਼ੁਰੂ ਕਰ ਦਿੱਤੀ ਆਟੋਮੈਟਿਕ ਗੁਰੂ ਨੇ ਕੱਢ ਦੇਣਾ ਵਿੱਚੋਂ ਕੋ ਸਤਨਾਮ। ਭਾਵ ਬਹੁਤ ਸਾਰੇ ਗੇਟਾਂ ਤੇ ਸਿੰਘ ਤੇ ਕੌਰ ਆਦਿ ਸ਼ਬਦ ਕੱਟੇ ਜਾਂਦੇ ਨੇ, ਜਾਂ ਆਪਣੇ ਕਾਗਜ਼ਾਂ ਦੇ ਵਿੱਚ, ਜਾਂ ਬੋਲ ਬਾਣੀ ਦੇ ਵਿੱਚ, ਜਾਂ ਲਿਖਤੀ ਰੂਪ ਦੇ ਵਿੱਚ ਉਹ ਲੋਕ ਆਪਣੇ ਆਪ ਨੂੰ ਪਿੱਛੇ ਆਪਣਾ ਗੁਰੂ ਪਿਆਰਿਓ ਲਾ ਕੇ ਗੋਤ ਤੇ ਮੂਹਰੇ ਕੱਲਾ ਨਾਮ ਬਚਾ ਲਿਓ ਸਿੰਘ ਚੱਕਤਾ। ਅਸਲ ਵਿੱਚ ਗੁਰੂ ਨੇ ਸੱਕ ਦਿੱਤਾ ਹੈ। ਕਹਿੰਦੇ ਜਦੋਂ ਇਹ ਜਾਤਾਂ ਪਾਤਾਂ ਦੇ ਚੱਕਰਾਂ 'ਚ ਪੈ ਗਿਆ, ਫਿਰ ਮੈਂ ਇਹਨੂੰ ਆਪਣਾ ਸਿੰਘ ਨਹੀਂ ਸਮਝਾਂਗਾ। ਤੇ ਫਿਰ ਕੀ ਹੋਵੇਗਾ? ਤੇ ਲੋਕ ਦੇ ਵਿੱਚ ਤਾਂ ਧੰਦੇ ਕਰਦਾ ਹੋਇਆ ਮਰ ਜਾਵੇਗਾ ਤੇ ਪਰਲੋਕ ਦੇ ਵਿੱਚ ਵੀ ਇਹਦੀ ਫਿਰ ਕੋਈ ਮਦਦ ਨਹੀਂ ਕਰੇਗਾ ਜੀ। ਇਸ ਕਰਕੇ ਸਿੰਘ ਨੂੰ ਹੁਕਮ ਹੈ ਕਿ ਬਿਨ ਕੇਸੰਗ ਬਿਨ ਸ਼ਾਸਤਰੰਗ ਨਾ ਦੇਹੋ ਦੀਦਾਰੇ। ਤੇ ਜਦੋਂ ਸਿੰਘ ਨੇ ਸ਼ਾਸਤਰ ਤਿਆਗ ਦਿੱਤੇ, ਫਿਰ ਉਹੀ ਗਧੇ ਦਾ ਗਧਾ, ਭਾਵ ਉਹੀ ਪੁਰਾਤਨ ਸਮਾਂ ਆ ਜਾਣਾ। ਕਿਹੜਾ ਭਲਾ? ਜਿਹੜਾ ਹਿੰਦੁਸਤਾਨ ਦੇ, ਭਾਰਤ ਦੇ ਲੋਕਾਂ ਤੇ ਆਇਆ ਸੀਗਾ। ਛਤਰੀਆਂ ਤੈ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਜਦੋਂ ਭਾਰਤ ਦੇ ਲੋਕਾਂ ਨੇ ਸ਼ਾਸਤਰ ਵਰਤਣਾ, ਸ਼ਾਸਤਰ ਚਲਾਉਣਾ, ਸ਼ਾਸਤਰ ਦਾ ਅਭਿਆਸ ਛੱਡ ਦਿੱਤਾ, ਤੇ ਫਿਰ ਕੀ ਹੋਇਆ? ਮੁਗਲ ਆ ਗਏ ਸ਼ਾਸਤਰ ਧਾਰੀ, ਤੇ ਉਹਨਾਂ ਨੇ ਇਹਨਾਂ ਨੂੰ ਗਧਿਆਂ ਦੀ ਨਿਆਈ ਆਪਣੇ ਮੂਹਰੇ ਲਾ ਲਿਆ। ਔਰ ਫਿਰ ਇਹ ਭਾਰਤ ਦੇ ਰਾਜੇ
ਪਹਾੜੀ ਰਾਜੇ ਹੋਰ ਹਿੰਦੂ ਰਾਜੇ ਇਹਨਾਂ ਮੁਗਲਾਂ ਤੋਂ ਬਚਣ ਵਾਸਤੇ ਆਪਣੀਆਂ ਧੀਆਂ ਤੱਕ ਦੇ ਡੋਲੇ ਵੀ ਦੇਣ ਲੱਗੇ। ਕੋ ਸਤਨਾਮ। ਕਾਰਨ ਕਿ ਭਾਰਤ ਦੇ ਲੋਕਾਂ ਨੇ ਸ਼ਾਸਤਰ ਚੱਕਣਾ ਬੰਦ ਕਰ ਦਿੱਤਾ। ਕੋ ਸਤਨਾਮ। ਸ਼ਾਸਤਰ ਵਰਤਣਾ ਬੰਦ ਕਰ ਦਿੱਤਾ ਸੀ। ਇਸ ਕਰਕੇ ਗੁਰੂ ਪਿਆਰਿਓ ਹਾਲਤ ਹੋਈ ਤੇ ਬਾਬੇ ਨਾਨਕ ਨੇ ਬਚਨ ਉਚਾਰਿਆ ਫਿਰ ਬਾਣੀ 'ਚ, ਛਤਰੀ ਨੇ ਛਤਰੀਆਂ ਵਾਲਾ ਧੰਮ ਛੱਡ ਦਿੱਤਾ ਹੈ। ਭਾਵ ਸ਼ਾਸਤਰ ਕੰਮ ਚਲਾਉਣਾ ਛਤਰੀ ਦਾ, ਇਹ ਸ਼ਾਸਤਰ ਤਿਆਗ ਦਿੱਤਾ ਹੈ। ਤੇ ਇਸ ਕਰਕੇ ਬਿਨ ਕੇਸਿੰਗ ਬਿਨ ਸ਼ਾਸਤਰੰ ਤਾਕੋ ਭੇਡ ਜਾਨੋ, ਗਹੋ ਕਾਨ ਤਾਹੇ ਕਿਤੇ ਲੈ ਸਿਧਾਨੋ। ਤੇ ਉਸ ਨੂੰ ਕੋਈ ਕੰਨੋਂ ਫੜ ਕੇ ਕਿਤੇ ਵੀ ਲੈ ਜਾਵੇ, ਆ ਖਾਲੀ ਪਿਸਤੌਲ ਹੋਵੇ ਕੰਨ ਤੇ ਲਾ ਕੇ ਆ ਕਹਿੰਦਾ ਚੱਲ ਨਹੀਂ ਗੋਲੀ ਚਲਾ ਦੂੰਗਾ, ਤੁਰ ਪੈਂਦਾ ਮੂਹਰੇ ਡਰਦਾ ਮਾਰਿਆ। ਤੇ ਜੇ ਕੋਲੇ ਸ਼ਾਸਤਰ ਹੋਵੇ ਤੇ ਦੋ ਹੱਥ ਕਰ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਸਿੱਖਾਂ ਨੂੰ ਹੁਕਮ ਹੈ ਕਿ ਸ਼ਾਸਤਰ ਨਹੀਂ ਤਿਆਗਣਾ। ਜਿਹਨੇ ਸ਼ਾਸਤਰ ਤਿਆਗਤਾ ਉਹਦੇ ਨਾਲ ਖੇਤ ਪਏ ਗਧੇ ਵਾਲੀ ਹੋਣੀ ਆ। ਜਿਵੇਂ ਘੁਮਿਆਰ ਨੇ ਫੜ ਕੇ ਗਧੇ ਨੂੰ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਜਾਤੇ ਸ੍ਰੀ ਅਕਾਲ ਕੋ ਬਾਣਾ ਦੇ ਮੈਂ ਕੀਨੇ ਸਿੰਘ ਸਮਾਨਾ। ਮੈਂ ਤੁਹਾਨੂੰ ਅਕਾਲ ਪੁਰਖ ਦਾ ਬਾਣਾ ਦਿੱਤਾ ਹੈ, ਅਕਾਲ ਪੁਰਖ ਦੇ ਰੂਪ ਹੋ ਤੁਸੀਂ, ਮੈਂ ਤੁਹਾਨੂੰ ਸ਼ੇਰ ਦੀ ਨਿਆਈ ਬਣਾਇਆ ਹੈ। ਇਸਕੇ ਧਰੇ ਸਦਾ ਸੁਖ ਹੋਏ, ਤਿਆਗੇ ਦੋਨੋਂ ਲੋਕ ਨ ਢੋਏ। ਇਸ ਬਾਣੀ ਨੂੰ ਹਮੇਸ਼ਾ ਧਾਰਨ ਕਰਕੇ ਰੱਖੋ, ਗੁਰੂ ਕੇ ਸਿੰਘ ਸਜੋ ਸਾਬਤ ਸੂਰਤ ਰਹੋ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਗ੍ਰਸਤੀ ਕੰਮ ਛੱਡ ਦੇਣੇ ਹੈ। ਫੌਜਾਂ ਨਿਹੰਗ ਸਿੰਘ ਫੌਜਾਂ ਉਹਨਾਂ ਦੀਆਂ ਡਿਊਟੀਆਂ ਅਲੱਗ ਹੈ। ਗ੍ਰਸਤੀ ਬੰਦਾ ਜਿਹੜਾ ਉਹ ਆਪਣੇ ਕੱਪੜੇ ਪਾਵੇ, ਵਸਤਰ ਪਾਵੇ ਆਪਣੀ ਡਿਊਟੀ ਮੁਤਾਬਕ। ਪਰ ਇੱਥੇ ਬਾਣੇ ਤੋਂ ਮਤਲਬ ਹੈ ਪੰਜੇ ਕਕਾਰ ਨਹੀਂ ਤਿਆਗਣੇ ਸਰੀਰ ਤੋਂ। ਕੋ ਸਤਨਾਮ। ਇਹਦਾ ਮਤਲਬ ਇਹ ਨਹੀਂ ਵੀ ਕੱਪੜਿਆਂ ਦੇ ਨਾਲ ਤਲਕ ਹੈ। ਹੁਣ ਦਫ਼ਤਰੀ ਲੋਕ ਹੈ ਜਿਹੜੇ ਪੈਂਟ ਸ਼ਰਟ ਪਾਉਂਦੇ ਹੈ, ਪਰ ਗੁਰੂ ਸਾਹਿਬ ਦਾ ਮਕਸਦ ਹੈ ਕਿ ਸਿੱਖ ਜਿਹੜਾ ਮੇਰੇ ਬਾਣੇ ਨੂੰ ਪਹਿਨਾਏ ਹੋਏ ਨੂੰ, ਕੇਸਾਂ ਨੂੰ, ਪੰਜਾਂ ਕਕਾਰਾਂ ਨੂੰ ਕਦੇ ਨਾ ਤਿਆਗੇ। ਜੇ ਬਾਣਾ ਪਹਿਨ ਕੇ ਰੱਖੇ, ਸ਼ਾਸਤਰ ਹੱਥ 'ਚ ਰੱਖੇ, ਤੇ ਕਿਸੇ ਦਾ ਵੀ ਗੁਰੂ ਪਿਆਰਿਓ ਤਾਕਤ ਨਹੀਂ ਕਿ ਉਹਦੇ ਵੱਲ ਝਾਕ ਜਾਵੇ। ਇੱਕ ਬੱਚੀ ਵੀ ਜਦ ਬੱਸ ਦੇ ਵਿੱਚ ਕੇਸਕੀ ਬੰਨ੍ਹ ਕੇ ਸ਼ਾਸਤਰ ਧਾਰ ਕੇ ਸਿਰਸਾ ਪਾਈ ਹੋਵੇ ਬੈਠੀ ਹੋਵੇ ਨਾ, ਤੇ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਵਿੱਚ ਕੋਈ ਵੀ ਐਸਾ ਵੈਸਾ ਬੱਚਾ ਉਹਦੇ ਵੱਲ ਟੇਢਾ ਨਹੀਂ ਝਾਕ ਸਕਦਾ। ਕੋਈ ਸਤਨਾਮ। ਕਿਉਂਕਿ ਪ੍ਰਤਾਪ ਹੀ ਐਸਾ, ਪ੍ਰਭਾਵ ਹੀ ਐਸਾ ਹੈ ਕਿ ਅਸੀਂ ਇਸ ਬਾਣੇ ਨੂੰ ਧਾਰਨ ਕਰੀਏ। ਬੱਚੀਆਂ ਵੀ ਆਪਣੇ ਹਿਸਾਬ ਨਾਲ ਕਰਨ ਤੇ ਸਿੰਘ ਵੀ ਕਰਨ, ਤਾਂ ਕਿ ਗੁਰੂ ਪਿਆਰੋ ਸਾਡਾ ਪ੍ਰਤਾਪ ਪ੍ਰਭਾਵ ਬਣਿਆ ਰਵੇ। ਪਰ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਗੁਰੂ ਪਿਆਰਿਓ ਪਾੜਨ ਵਾਸਤੇ ਦੁਬਾਰਾ ਗੁਰੂ ਸਾਹਿਬ ਨੇ ਇਕੱਠੇ ਕੀਤੇ ਸੀਗੇ। 15 ਭਗਤਾਂ ਦੀ ਬਾਣੀ ਇੱਕ ਥਾਂ ਦੇ ਤਾਂ ਇਕੱਤਰ ਕੀਤੀ ਕਿ ਇਹਨਾਂ ਭਗਤਾਂ ਨੂੰ ਮੰਨਣ ਵਾਲੇ, ਇਹਨਾਂ ਦੇ ਪੈਰੋਕਾਰ, ਰਵਿਦਾਸੀਏ ਵੀਰ, ਜੁਲਾਹੇ ਵੀਰ, ਕਬੀਰ ਸਭ ਨੂੰ ਮੰਨਣ ਵਾਲੇ, ਨਾਮਦੇਵ ਨੂੰ ਮੰਨਣ ਵਾਲੇ, ਇਹ ਸਾਰੇ ਭਰਾ ਭਰਾ ਬਣ ਕੇ ਇਕੱਠੇ ਰਹਿਣ। ਤੇ ਹੋਇਆ ਕਿ ਪਾੜਨ ਵਾਲਿਆਂ ਨੇ ਨਵੀਂ ਜੁਗਤੀ ਲੱਭ ਲਈ, ਅਨੇਕਾਂ ਡੇਰੇ ਬਣਾ ਦਿੱਤੇ, ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰੇ ਰਵਿਦਾਸ ਜੀ ਦਾ ਮੰਦਿਰ ਬਣਾ ਦਿੱਤਾ, ਜਿਸ ਨੂੰ ਗੁਰੂ ਸਾਹਿਬ ਨੇ ਦਰਬਾਰ ਸਾਹਿਬ 'ਚ ਬਿਠਾਇਆ। ਉਹਨਾਂ ਦੇ ਵਾਸਤੇ ਅਲੱਗ ਮੰਦਿਰ ਬਣਾ ਕੇ ਉੱਥੇ ਰਵਿਦਾਸ ਦੀ ਮੂਰਤੀ ਲਵਾ ਦਿੱਤੀ। ਕਿਤੇ ਵਿਸ਼ਕਰਮਾ ਆਪਣੇ ਮੂਰਤੀ ਲਵਾ ਦਿੱਤੀ, ਇੱਕ ਮਿਸਤਰੀ ਬਣਾ ਕੇ ਆਸੇ ਪਾਸੇ ਅਨੇਕਾਂ ਉਹਦੇ ਸੰਦ ਲਾ ਕਰਕੇ, ਕਿਧਰੇ ਨਾਮਦੇਵ ਦੀ ਮੂਰਤੀ ਬਣਾ ਦਿੱਤੀ ਦੁਤਾਰਾ ਫੜਾ ਕੇ। ਹੋਇਆ ਕਿ ਮੂਰਤੀਆਂ ਨੂੰ ਫਿਰ ਪੂਜਣ ਲਾਤਾ, ਉਹਨਾਂ ਦੀ ਗੱਲ ਭੁੱਲਦੀ ਜਾ ਰਹੀ ਆ। ਕੋ ਸਤਨਾਮ। ਇਹੀ ਤਾਂ ਕੰਮ ਰਾਮ ਕ੍ਰਿਸ਼ਨ ਵੇਲੇ ਹੋਇਆ ਸੀ। ਉਹਨਾਂ ਨੇ ਆ ਕੇ ਕਾਰਜ ਕੀਤੇ, ਉਹਨਾਂ ਨੇ ਜੰਗ ਕੀਤੇ, ਜ਼ੁਲਮ ਦਾ ਨਾਸ਼ ਕੀਤਾ, ਪਰ ਜਦੋਂ ਉਹ ਸਰੀਰ ਛੱਡ ਗਏ, ਸੰਸਾਰ ਤੇ ਆ ਗਏ, ਉਹਨਾਂ ਦੇ ਪੈਰੋਕਾਰ ਮੁੜ ਕੇ ਉਹਨਾਂ ਦੀਆਂ ਮੂਰਤੀਆਂ ਪੂਜਣ ਲੱਗ ਪਏ। ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੇ ਉਪਦੇਸ਼ਾਂ ਨੂੰ, ਉਹਨਾਂ ਦੇ ਗ੍ਰੰਥਾਂ ਨੂੰ ਭੁੱਲ ਗਏ। ਕੋ ਸਤਨਾਮ। ਉਹਨਾਂ ਗ੍ਰੰਥਾਂ ਨੂੰ ਨਹੀਂ ਪੜ੍ਹਿਆ ਵਿਚਾਰਿਆ ਜਾਂਦਾ ਜਿੰਨਾ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੂੰ ਇਹ ਗੱਲ ਪਹਿਲਾਂ ਕਹਿਣੀ ਪਈ ਕਿ ਤੇ ਮੇਰੀ ਮੂਰਤੀ ਬਣਾ ਕੇ ਨਾ ਰੱਖ ਲਿਓ, ਮੈਂ ਰੱਬ ਨਹੀਂ ਹੈਗਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਰਕੋ ਪਰਮੇਸ਼ਰ ਉਚਰਿਆ ਤੇ ਨਰ, ਨਰਕ ਕੁੰਡ ਮੈਂ ਪਰ ਹੈ, ਉਹ ਨਰਕਾਂ ਨੂੰ ਜਾਊਗਾ। ਮੇਰੀ ਮੂਰਤੀ ਬਣਾ ਕੇ ਪੂਜਣ ਨਾ ਲੱਗ ਜਿਓ। ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨ ਰੰਚਕ ਮਾਨ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਸਰੀਰ ਕਰਕੇ ਮੈਂ ਖਾਲਸਾ ਪੰਥ ਵਿੱਚ ਵਰਤਾਂਗਾ ਔਰ ਆਤਮਾ ਕਰਕੇ ਬਾਣੀ ਚੋਂ ਬੋਲਾਂਗਾ। ਗੁਰੂ ਸਾਹਿਬ ਨੇ ਕਰੜੇ ਹੁਕਮ ਕਿਉਂ ਦਿੱਤੇ, ਸਖਤ ਹੁਕਮ ਕਿਉਂ ਦਿੱਤੇ ਕਿ ਕਿਤੇ ਇਹ ਵੀ ਮੇਰੀਆਂ ਘੋੜੇ ਵਾਲੀਆਂ ਮੂਰਤੀਆਂ ਬਣਾ ਕੇ ਨਾ ਪੂਜਣ ਲੱਗ ਜਾਣ। ਕੋ ਸਤਨਾਮ। ਠੀਕ ਹੈ,
ਉਹ ਜਾਣ ਪਛਾਣ ਹੈ ਵੀ ਸਾਡਾ ਗੁਰੂ ਇਹੋ ਜਿਹਾ ਹੋਣਾ ਹੈ। ਪਰ ਗੁਰਬਾਣੀ ਦੇ ਵਿੱਚੋਂ ਉਹਨਾਂ ਦਾ ਨਕਸ਼ਾ ਬਹੁਤ ਸੁੰਦਰ ਬਣਾਇਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਕਿ ਸਾਡਾ ਗੁਰੂ ਕਿਹੋ ਜਿਹਾ ਹੈ। ਸਾਡਾ ਗੁਰੂ ਤਾਂ ਬਾਣੀ ਵਿੱਚ ਕਹਿੰਦਾ ਹੈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਿਆ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਸਾਡੇ ਗੁਰੂ ਦਾ ਤਾਂ ਆਹ ਸਰੂਪ ਹੈ, ਕਹੋ ਸਤਿਨਾਮ। ਪਰ ਜਿਹੜਾ ਇਸ ਗੱਲ ਨੂੰ ਭੁਲਾ ਕੇ ਮੜੀਆਂ ਮਸਾਨੀਆਂ ਤੇ ਜਾਵੇਗਾ, ਉਹ ਗੁਰੂ ਦਾ ਸਿੱਖ ਨਹੀਂ ਹੈਗਾ, ਕਹੋ ਸਤਿਨਾਮ। ਗੁਰੂ ਦੇ ਰੂਪ ਜਿਹੜੇ ਆ, ਗੁਰੂ ਦੇ ਗੁਣਾਂ ਚੋਂ ਜਾਣੇ ਜਾ ਸਕਦੇ ਆ ਕਿ ਸਾਡਾ ਗੁਰੂ ਕਿਹੋ ਜਿਹਾ ਹੋਵੇਗਾ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ, ਸਿੱਖੋ ਜਿਸ ਨੇ ਸ਼ਾਸਤਰ ਤਿਆਗ ਦਿੱਤੇ ਉਹ ਫੇਰ ਗਧੇ ਦਾ ਗਧਾ ਰਹਿ ਜਾਣਾ। ਮੈਂ ਤੁਹਾਨੂੰ ਇਹਨਾਂ ਮੁਗਲਾਂ ਦੇ ਗੁਲਾਮੀ ਦੇ ਜੂਲੇ ਹੇਠੋਂ ਲਾ ਕੇ ਦੁਬਾਰਾ ਫੇਰ ਸਿੰਘ ਸਜਾਇਆ ਹੈ। ਤੇ ਵਾਕਿਆ ਹੀ ਜਦ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਸਿੱਖ ਜੋ ਬਾਬੇ ਨਾਨਕ ਤੋਂ ਬਣਦੇ ਆ ਰਹੇ ਸੀਗੇ, ਇੱਕ ਐਸਾ ਜਾਹੋ ਜਲਾਲ, ਐਸਾ ਜੋਸ਼ ਭਰ ਗਿਆ ਕਿ ਐਂ ਲੱਗਦਾ ਹੈ ਕਿ ਹੁਣੇ ਮੁਗਲਾਂ ਨੂੰ ਤਾਂ ਅਸੀਂ ਬਿੱਲੀ ਵਾਂਗੂ ਮਰੋੜ ਕੇ ਸਿੱਟ ਦਿਆਂਗੇ, ਐਸੀ ਤਾਕਤ ਭਰ ਦਿੱਤੀ ਹੈ। ਜ਼ੁਲਮ ਦੇ ਨਾਲ ਟਾਕਰਾ ਲੈਣ ਲੱਗੇ, ਹਜ਼ਾਰਾਂ ਬੰਦਿਆਂ ਨੂੰ ਕੱਲਾ ਕੱਲਾ ਸਿੰਘ ਜਿਹੜਾ ਹੈ ਦਵਲਣ ਲੱਗਿਆ, ਕੋ ਸਤਨਾਮ। 1.25 ਲੱਖ ਸੇ ਇੱਕ ਲੜਾਉ ਵਾਲਾ ਬਚਨ ਪੂਰਾ ਕੀਤਾ ਅਮਰ ਦੀ ਦਾਤ ਦੇ ਕੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਚਿਰ ਬਾਣੇ ਨੂੰ ਧਾਰਨ ਕਰਕੇ ਰੱਖੋਗੇ ਜਿਹੜਾ ਸਾਨੂੰ ਅਕਾਲ ਪੁਰਖ ਪਾਸੋਂ ਮਿਲਿਆ ਹੈ, ਉਹਨਾਂ ਚਿਰ ਤੁਹਾਡੀ ਵਾਹ ਕੰਨੀ ਕੋਈ ਝਾ ਨਹੀਂ ਸਕਦਾ। ਪਰ ਸੰਸਾਰ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਪਾੜਨ ਵਾਸਤੇ ਅਨੇਕਾਂ ਡੇਰੇ ਬਣਾ ਦਿੱਤੇ, ਤੇ ਜਿਹੜੇ ਡੇਰਿਆਂ ਵਾਲੇ ਆ ਜਾਂ ਗੁਰੂ ਘਰ ਵਾਲੇ ਆ ਉਹ ਆਪਸ ਵਿੱਚ ਲੜਨ ਲੱਗੇ, ਕੋ ਸਤਨਾਮ। ਹੈ ਤਾਂ ਦੋਨੇ ਇੱਕੋ ਨਾਨਕ ਦੇ ਪੁੱਤਰ, ਹੈ ਤਾਂ ਦੋਨੇ ਦਸਤਾਰ ਧਾਰੀ, ਦੋਨੇ ਕੇਸਾ ਧਾਰੀ ਆ। ਡੇਰਿਆਂ ਵਿੱਚ ਵੀ ਜਾਂਦੇ ਆ, ਉਹਨਾਂ ਦੇ ਵੀ ਪੱਗਾਂ ਬੰਨੀਆਂ, ਗੁਰੂ ਘਰ ਆਉਂਦੇ ਆ ਦਸਤਾਰਾਂ ਉਹਨਾਂ ਦੇ ਵੀ ਬੰਨੀਆਂ। ਪਿਛੋਕੜ ਵੇਖੀਏ 100 ਸਾਲ ਪੁਰਾਣਾ, ਕਿਉਂਕਿ 100 ਸਾਲ ਤੋਂ ਬਾਅਦ ਹੀ ਇਹ ਕੰਮ ਜ਼ਿਆਦਾ ਵੱਧ ਗਿਆ ਹੈ। 100-150 ਸਾਲ ਪੁਰਾਣਾ ਪਿਛੋਕੜ ਦੇਖੀਏ ਤਾਂ ਅਸੀਂ ਸਾਰੇ ਗੁਰੂ ਨਾਨਕ ਦੇ ਸਿੱਖਾਂ ਦੇ ਪੁੱਤਰ ਆ, ਕਹੋ ਸਤਨਾਮ। ਜਿਨ੍ਹਾਂ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਤਰ ਕਰਕੇ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਲਿਆ ਕੇ ਇੱਕ ਕੀਤਾ ਸੀਗਾ। ਤੇ ਸੰਸਾਰ ਨੇ, ਵਿਪਰਵਾਦ ਨੇ ਦੁਬਾਰਾ ਫਿਰ ਇਸ ਦੀਆਂ ਵੰਡੀਆਂ ਪਾਉਣ ਵਾਸਤੇ, ਹੁਣ ਉਹ ਗੱਲ ਤਾਂ ਬਣਦੀ ਨਹੀਂ ਛਤਰੀ ਬ੍ਰਾਹਮਣ ਵਾਲੀ, ਪਰ ਡੇਰੇ ਬਣਵਾ ਕਰਕੇ ਗੁਰੂ ਪਿਆਰੋ ਇਹਨਾਂ ਦੇ ਵਿੱਚ 4 ਨਹੀਂ ਹਜ਼ਾਰਾਂ ਬਿੱਥਾਂ ਪਾ ਦਿੱਤੀਆਂ, ਕੋ ਸਤਨਾਮ। ਗੁਰੂ ਕਿਰਪਾ ਕਰਨ ਫਿਰ ਕਿਤੇ ਇਸ ਸਿੱਖੀ ਦੇ ਪਾਟੇ ਜਹਾਜ਼ ਨੂੰ ਇਕੱਠਾ ਕਰ ਦੇਣ। ਇਉਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ, ਜਿਹਨੇ ਮੇਰਾ ਬਾਣਾ ਤਿਆਗਤਾ ਉਹਨੂੰ ਦੋਹਾਂ ਲੋਕਾਂ ਦੇ ਵਿੱਚ ਟਿਕਾਣਾ ਨਹੀਂ ਮਿਲਣਾ। ਜਾਤੇ ਸ੍ਰੀ ਅਕਾਲ ਕੋ ਬਾਣਾ ਦੇ ਮੈਂ ਕੀਨੇ ਸਿੰਘ ਸਮਾਨਾ। ਮੈਂ ਤੁਹਾਨੂੰ ਅਕਾਲ ਪੁਰਖ ਦਾ ਬਾਣਾ ਦੇ ਕੇ ਸ਼ੇਰ ਬਣਾਇਆ, ਸ਼ੇਰ। ਇਸਕੇ ਧਰੇ ਸਦਾ ਸੁਖ ਹੋਏ, ਤਿਆਗੇ ਦੋਨੋਂ ਲੋਕ ਨਾ ਢੋਏ। ਜੇ ਤੁਸੀਂ ਗੁਰਸਿੱਖੀ ਬਾਣੀ 'ਚ ਰਹੋਗੇ ਤਾਂ ਸ਼ੇਰਾਂ ਦੀ ਨਿਆਈ ਵਿੱਚ ਰਹੋਗੇ, ਸੁਖੀ ਰਹੋਗੇ। ਬਾਣੇ ਨੂੰ ਲਾ ਕੇ ਦੁਖੀ ਹੋਵੋਗੇ। ਕਲਗੀਧਰ ਸਿੱਖ ਸਮਝਾਏ, ਧੰਨ ਧੰਨ ਗੁਰ ਸਬਨ ਅਲਾਏ। ਔਰ ਗੁਰੂ ਕੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀਆਂ ਸਾਹਮਣੇ ਸੰਗਤਾਂ ਕਹਿ ਰਹੀਆਂ, ਧੰਨੋ ਮਹਾਰਾਜ ਵਾਕਿਆ ਹੀ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਮਾਤਾ ਗੁਜਰੀ ਦੇ ਲਾਲ ਜੀ। ਕਹਿੰਦੇ ਧੰਨੋ ਤੁਸੀਂ ਮਹਾਰਾਜ। ਕਿਸੇ ਵੇਲੇ 7ਵੇਂ ਪਾਤਸ਼ਾਹ ਨੇ ਕਿਹਾ ਸੀਗਾ, ਸਿੱਖੀ ਦਾ ਜਹਾਜ਼ ਪਾਟ ਗਿਆ। ਸੰਗਤਾਂ ਨੇ ਕਿਹਾ, ਮਹਾਰਾਜ ਕੈਸਾ ਬਚਨ? ਕਹਿੰਦੇ ਹਾਂ, ਮੈਨੂੰ ਲੱਗਦਾ ਕਿ ਸਿੱਖ ਖਿੰਡ ਜਾਣਗੇ, ਮਹਾਰਾਜ ਕਿਰਪਾ ਕਰੋ। ਕਹਿੰਦੇ ਕਿਰਪਾ ਤਾਂ ਫਿਰ ਆਉਣ ਵਾਲੇ ਸਮੇਂ 'ਚ ਇੱਕ ਐਸਾ ਯੋਧਾ ਆਵੇਗਾ, ਅਗਲਾ ਐਸਾ ਗੁਰੂ ਆਵੇਗਾ ਜਿਹੜਾ ਸਿੱਖੀ ਦੇ ਫਟੇ ਜਹਾਜ਼ ਨੂੰ ਫਿਰ ਇਕੱਠਾ ਕਰੇਗਾ। ਉਹ 1699 ਵਿੱਚ ਕੀਤਾ, ਕੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਇਮ ਕਲਗੀਧਰ ਸਿੱਖ ਸਮਝਾਏ, ਧੰਨ ਧੰਨ ਗੁਰ ਸਬਨੇ ਲਾਏ। ਕਹਿੰਦੇ ਧੰਨੋ ਧੰਨੋ ਮਹਾਰਾਜ, ਤੁਹਾਡੇ ਵਰਗਾ ਗੁਰੂ ਨਾ ਪਹਿਲਾਂ ਮਿਲਿਆ ਤੇ ਨਾ ਕਿਸੇ ਨੂੰ ਅੱਗੇ ਮਿਲਣਾ ਹੈ। ਨਿਸ਼ਚੇ ਕਰਤੇ ਸ਼ੇਰ ਬਣਾਏ, ਜੇ ਪਬੀਰ ਕਾ ਖਰੀ ਸੁਹਾਏ। ਤੁਸੀਂ ਤਾਂ ਸ਼ੇਰ ਮਨੁੱਖ ਨੂੰ ਹੀ ਨਹੀਂ, ਕੀੜੀ ਨੂੰ ਸ਼ੇਰ ਬਣਾ ਸਕਦੇ ਹੋ। ਕੀੜਾ ਥਾਪਦਾ ਹੈ ਪਾਤਸ਼ਾਹੀ, ਲਸ਼ਕਰ ਕਰੇ ਸਵਾ, ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਇਸ ਕਰਕੇ ਤੁਸੀਂ ਤਾਂ ਕੀੜੀ ਨੂੰ ਸ਼ੇਰ ਬਣਾ ਸਕਦੇ ਹੋ,
ਮਨੁੱਖ ਦੀ ਤਾਂ ਗੱਲ ਹੀ ਕਿਹਾ ਹੈ। ਬਰਕਮਲਾਲ ਸੇ ਜਾਣੇ ਪਰੈ ਹੁਤੇ ਰੰਕ ਨਿਪ ਸਮਤਾ ਧਰੈ। ਹੁਣ ਗੁਰੂ ਪਿਆਰਿਓ, ਜਿਹੜੇ ਪਹਿਲਾਂ ਸੰਸਾਰ ਦੇ ਲੋਕ ਬਗਲਿਆਂ ਦੀ ਨਿਆਈ ਵਿਚਰ ਰਹੇ ਸੀ, ਕਾਵਾਂ ਦੀ ਵਰਗੀ ਮੱਤ ਸੀ ਜਿਨ੍ਹਾਂ ਲੋਕਾਂ ਦੀ, ਉਹਨਾਂ ਨੂੰ ਹੰਸ ਬਣਾ ਦਿੱਤਾ ਮੇਰੇ ਪ੍ਰੀਤਮ ਨੇ। ਬਗਲਿਆਂ ਤੋਂ ਮਰਾਲ ਹੰਸ ਬਣਾ ਦਿੱਤੇ ਹਨ, ਭਾਵ ਅੰਦਰੋਂ ਮੱਤ ਵੀ ਬਦਲ ਦਿੱਤੀ ਹੈ। ਬਾਹਰੀ ਤੌਰ ਤੇ ਬਾਣਾ ਬਦਲਿਆ, ਅੰਦਰ ਬਾਣੀ ਪ੍ਰਵੇਸ਼ ਕਰ ਗਈ ਆ। ਇਸ ਕਰਕੇ ਹੁਣ ਉਹਨਾਂ ਦਾ ਅੰਦਰਲਾ ਜੀਵਨ ਵੀ ਬਦਲ ਗਿਆ ਹੈ। ਜਿਵੇਂ ਕਹਿਣ ਨੂੰ ਤਾਂ ਬਗਲਾ ਵੀ ਚਿੱਟਾ ਤੇ ਹੰਸ ਵੀ ਚਿੱਟਾ ਹੈ, ਪਰ ਦੋਨਾਂ ਦਾ ਜੀਵਨ ਅਲੱਗ-ਅਲੱਗ ਹੈ। ਬਗਲਾ ਜਿਹੜਾ ਹੈ ਡੱਡੂਆਂ ਛਪਣੀਆਂ ਦੇ ਉੱਤੇ ਡੱਡਾਂ ਨੂੰ ਮੱਛੀਆਂ ਨੂੰ ਖਾਂਦਾ, ਗੰਦ ਵਿੱਚ ਖੜਦਾ ਹੈ, ਚਿੱਕੜ ਵਿੱਚ ਖੜਦਾ ਹੈ। ਪਰ ਹੰਸ ਜਿਹੜਾ ਹੈ ਉਹ ਗੁਰੂ ਪਿਆਰੋ ਇਸ ਚਿੱਕੜ ਵਿੱਚ ਨਹੀਂ ਬੈਠਦਾ ਸੰਸਾਰ ਦੇ, ਉਹ ਗੁਰੂ ਪਿਆਰੋ ਮਾਨ ਸਰੋਵਰ ਤੇ ਬੈਠਦਾ ਹੈ ਤੇ ਉੱਥੇ ਮੋਤੀ ਖਾਂਦਾ ਹੈ। ਉਹ ਤੁਸੀਂ ਹੰਸ ਹੋ, ਇਹ ਮਾਨ ਸਰੋਵਰ ਹੈ ਗੁਰਦਰਬਾਰ ਸਾਹਿਬ। ਕੋ ਸਤਿਨਾਮ। ਗੁਰਬਾਣੀ ਦੇ ਸ਼ਬਦ ਇਹ ਸਾਡੀ ਖੁਰਾਕ ਹੈ, ਇਹ ਸਾਡੇ ਮੋਤੀ ਹੈ। ਤੇ ਜਿਹੜਾ ਸਿੱਖ ਹੈ ਉਹ ਕਦੇ ਵੀ ਮਾੜੀ ਸੰਗਤ ਦੇ ਛੱਪੜਾਂ ਤੇ ਨਹੀਂ ਜਾਂਦਾ। ਕੋ ਸਤਿਨਾਮ। ਗੁਰੂ ਜਿਹੜਾ ਹੈ ਸਾਡਾ ਇਹ ਸਾਗਰ ਹੈ, ਗੁਰ ਸਮੁੰਦਰ ਤੇ ਸਾਗਰ ਹੈ। ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਹਦੇ ਜਿਹੜੇ ਉਪਾਸ਼ਕ ਬਣ ਗਏ ਉਹ ਫਿਰ ਹੋਰ ਨਹੀਂ ਕਿਤੇ ਜਾਂਦੇ। ਕੋ ਸਤਨਾਮ। ਦੂਰ ਨਹੀਂ ਜਾਂਦੇ ਇਸ ਤੋਂ। ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ, ਕਿਆ ਬੱਗ ਬੱਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਸਿੱਖੋ ਹਰ ਕਦਮ ਸੋਚ ਕੇ ਚੱਕਿਓ। ਅਗਲੀ ਪੰਗਤੀ, ਰੱਖ ਰੱਖ ਚਰਨ ਧਰੇ ਵਿਚਾਰੀ। ਹਰ ਪੈਰ ਸੋਚ ਕੇ ਚੱਕੋ ਤੇ ਰੱਖੋ। ਬੁੱਧੀ ਤੋਂ ਕੰਮ ਲਓ, ਮਤ ਤੋਂ ਵੀ ਕੰਮ ਲਓ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। आओ निरंकार की पूजा करिए। पूजा अकाल की परचा शब्द का। निरंकार ਨੂੰ पूजन वाले अकाल ਨੂੰ पूजन वाले निरंकारी हो गए। ਉਹ ਨਿਰੰਕਾਰੀ ਨਹੀਂ ਜਿਹੜਾ ਇੱਕ ਪੰਥ ਚੱਲਦਾ ਹੈ। ਇੱਥੇ ਨਿਰੰਕਾਰ ਦਾ ਮਤਲਬ ਕੇਵਲ ਤੇ ਕੇਵਲ ਪਰਮੇਸ਼ਰ ਨੂੰ ਪੂਜਦੇ ਆ, ਹੋਰ ਨਹੀਂ ਕਿਤੇ ਜਾਂਦੇ ਹੋ। ਕੋ ਸਤਨਾਮ। ਦੁਬਦਾ ਛੋੜ ਭਏ ਨਿਰੰਕਾਰੀ, ਹਰ ਰਸ ਚੋਗ ਚੁਗੈ ਪ੍ਰਭਾਵੈ। ਸਰਵਰ ਮੈਂ ਹੰਸ ਪ੍ਰਾਨ ਪਤੀ ਪਾਵੈ। ਇਸੇ ਹੀ ਸਾਗਰ ਦੇ ਵਿੱਚੋਂ ਸਾਡਾ ਪ੍ਰਾਣਾ ਦਾ ਪਤੀ ਪਰਮੇਸ਼ਰ ਵੀ ਇਹਦੇ ਵਿੱਚੋਂ ਹੀ ਲੱਭ ਲੈਣਾ। ਕਿਨੇ? ਤੁਸੀਂ ਹੰਸਾਂ ਨੇ। ਕੋ ਸਤਨਾਮ। ਇਉਂ ਗੁਰੂ ਨੇ ਸਾਨੂੰ ਕਮਜ਼ੋਰਾਂ ਤੋਂ ਸ਼ੇਰ ਬਣਾ ਦਿੱਤਾ ਹੈ। ਔਰ ਗੁਰੂ ਪਿਆਰਿਓ, ਜਿਹੜੇ ਬਗਲਿਆਂ ਵਰਗੀ ਮੱਤ ਸੀ ਹਿੰਦੁਸਤਾਨ ਦੇ ਭਾਰਤ ਦੇ ਲੋਕਾਂ ਦੀ, ਉਹਨਾਂ ਨੂੰ ਹੰਸਾਂ ਦੀ ਤਰ੍ਹਾਂ ਅੰਦਰੋਂ ਵੀ ਸਾਫ ਪਵਿੱਤਰ ਚੰਗੇ ਕਰ ਦਿੱਤਾ। ਲੱਛਣ ਸੁਭਾਅ ਬਦਲ ਦਿੱਤੇ। ਹੁੱਤੇ ਰੰਕ ਜਿਹੜੇ ਗਰੀਬੀ ਵਿੱਚ ਰਹਿੰਦੇ ਸੀਗੇ, ਹੁਣ ਉਹ ਸਿੰਘ ਸਜ ਕੇ ਆਪਣੇ ਆਪ ਨੂੰ ਰਾਜਾ ਸਮਝਦੇ ਹੈ ਔਰ ਦਸਤਾਰ ਨੂੰ ਤਾਜ ਸਮਝਦੇ ਹੈ। ਇਹ ਵਾਕਿਆ ਹੀ ਤਾਜ ਹੈ ਜਿਹੜੀ ਸਿੰਘ ਨੂੰ ਦਿੱਤਾ ਪਾਤਸ਼ਾਹ ਜੀ ਨੇ। ਇਹਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਕੁਝ ਖਰਚ ਹੋ ਗਿਆ। ਕੋ ਸਤਨਾਮ। ਇਹ ਦਸਤਾਰਾਂ ਦੇਣ ਵਾਸਤੇ ਕਿਸੇ ਵੇਲੇ ਮੁਗਲਾਂ ਨੇ ਭਾਰਤ ਵਰਸ਼ ਦੇ ਲੋਕਾਂ ਨੂੰ ਦਸਤਾਰਾਂ ਬੰਨਣ ਤੋਂ ਰੋਕਿਆ ਹੋਇਆ ਸੀਗਾ ਕਿ ਜਿਹੜਾ ਹਿੰਦੁਸਤਾਨ ਦਾ ਵਾਸੀ ਹਿੰਦੂ ਆਦਿ ਹੈ, ਜੋ ਵੀ ਹੈ, ਇਹ ਸਿਰ ਤੇ ਪੱਗ ਨਹੀਂ ਬੰਨ ਸਕਦਾ, ਸ਼ਸਤਰ ਨਹੀਂ ਚੱਕ ਸਕਦਾ, ਨੰਗੇ ਸਿਰ ਰਹਿਣਾ ਪਊਗਾ। ਇਸ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮੈਂ ਤੁਹਾਨੂੰ ਬਗਲਿਆਂ ਤੋਂ ਹੰਸ और रंका तो राजे बना देता है जी। जिसे अवनीत युद्ध संभारे परशुराम क्षत्रिय गण मारे। जिस धरती दे पिछे परशुराम ने बेअंत क्षत्रि मार के खत्म कर दिते सी। बड़े खेद ते जैतिस होए दई दान कर दिजगन सोए। और वो धरती बड़ा जोर ला के प्राप्त कीती सी, पर ਇਹ ਧਰਤੀ ਉਸ ਪਰਸ਼ੂਰਾਮ ਨੇ ਬਾਹਮਣਾਂ ਨੂੰ ਦਾਨ ਕਰ ਦਿੱਤੀ। ਬ੍ਰਾਹਮਣ ਬੜਾ ਚਲਾਕ ਹੈ। ਕੋ ਸਤਨਾਮ। ਬਲ ਰਾਜਾ ਸੀਗਾ ਇੱਥੋਂ ਦਾ ਆਦੀਵਾਸੀ। ਪ੍ਰਹਿਲਾਦ ਵਰਗੇ ਭਗਤ ਜਿਹੜੇ ਹੋਏ ਆ, ਇਹਨਾਂ ਦੀਆਂ ਕੁੱਲਾਂ ਵਿੱਚੋਂ ਬਲ ਰਾਜਾ ਹੋਇਆ। ਗੁਰੂ ਪਿਆਰੋ, ਉਹ ਇਸ ਇਲਾਕੇ ਦਾ ਸੀ ਤੇ ਬ੍ਰਾਹਮਣਾਂ ਨੇ ਉਸ ਨੂੰ ਖਤਮ ਕਰਨ ਵਾਸਤੇ, ਉਹਦਾ ਰਾਜ ਖਤਮ ਕਰਨ ਵਾਸਤੇ, ਗੁਰੂ ਪਿਆਰਿਓ, ਉਸ ਨੇ ਇੱਕ ਪਰਨ ਕਰ ਲਿਆ। ਪਹਿਲਾਂ ਤਾਂ ਉਹਨੇ ਜੱਗ ਕੀਤਾ, ਕਿਉਂਕਿ ਰਾਜੇ ਕੋਈ ਵੱਡਾ ਜੰਗ ਜਿੱਤਣ ਤੋਂ ਬਾਅਦ ਇੱਕ ਜੱਗ ਕਰਦੇ ਆ। ਉਹਨੇ ਜੱਗ ਕੀਤਾ, ਬ੍ਰਾਹਮਣਾਂ ਨੇ ਕਰਵਾਇਆ ਜੀ ਜੱਗ ਕਰਨਾ ਚਾਹੀਦਾ। ਜੱਗ ਦੇ ਵਿੱਚ ਫਿਰ ਬ੍ਰਾਹਮਣਾਂ ਨੂੰ ਮੂੰਹੋਂ ਮੰਗਿਆ ਦਾਨ ਦੇਣਾ ਚਾਹੀਦਾ। ਬਲ ਰਾਜਾ ਉਹਨਾਂ ਦੇ ਮਗਰ ਲੱਗ ਗਿਆ, ਇਹ ਦਾਨ ਦੇਣ ਲੱਗਿਆ, ਮੂੰਹੋਂ ਮੰਗਿਆ। ਫਿਰ ਇੱਕ ਦਿਨ ਇੱਕ ਬ੍ਰਾਹਮਣ ਆ ਗਿਆ, ਉਹ ਕਹਿਣ ਲੱਗਿਆ ਜੀ ਨਮਸਕਾਰ,
आओ पंडित जी बोलो की चाहिए? नहीं कुछ नहीं चाहिए। कहने फिर भी? कहने बस थोड़ी जी धरती चाहिए है, बैठ के भजन कर लांगे। कहने कित्थे चाहिए है? बोल। कहती उसने जिथों तक बल राजे का राज सीगा वो सारी धरती लै लई, अपने चक्करां च पा के उसनूं ਉਹਦੇ ਕੋਲੋਂ ਮਨਸਾ ਲਈ, ਸਹੁੰ ਪਵਾ ਲਈ ਕਿ ਇਹ ਰਾਜ ਤੈਨੂੰ ਦਿੱਤਾ। ਹੁਣ ਜਿਹਦੀ ਧਰਤੀ ਦਾ ਉਸੇ ਦਾ ਆਕਾਸ਼ ਹੈ। ਕਹਾਣੀ ਬਣਾ ਦਿੱਤੀ ਬਈ ਪਰਮੇਸ਼ਰ ਆਇਆ ਬੌਣਾ ਰੂਪ ਧਾਰ ਕੇ ਤੇ ਬਲ ਰਾਜੇ ਤੋਂ 2.5 ਕਦਮਾਂ ਦੇ ਵਿੱਚ ਸਾਰਾ ਕੁਝ ਲੈ ਲਿਆ। ਅਸਲ ਵਿੱਚ ਇਹ ਬ੍ਰਾਹਮਣਾਂ ਦੀ ਕੋਈ ਚਾਲ ਸੀ। ਕੋ ਸਤਨਾਮ ਸੀ। ਹੌਲੀ ਹੌਲੀ ਇਹਨਾਂ ਨੇ ਰਾਜਿਆਂ ਨੂੰ ਖਤਮ ਕੀਤਾ। ਆਰੀਅਨ ਲੋਕ ਇੱਥੇ ਬ੍ਰਾਹਮਣ ਬਣ ਕੇ ਆਏ ਤੇ ਫਿਰ ਹਿੰਦੁਸਤਾਨ ਭਾਰਤ, ਇਹਦਾ ਨਾਮ ਭਾਰਤ ਵਰਸ਼ ਹੈ ਅਸਲ ਵਿੱਚ। ਤਾਂ ਇਸ ਭਾਰਤ ਦੀ ਧਰਤੀ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਜਿਸ ਧਰਤੀ ਨੂੰ ਪਰਸ਼ੁਰਾਮ ਨੇ ਜਿੱਤਿਆ ਸੀਗਾ, ਫਿਰ ਸਹਿਜੇ ਹੀ ਬਾਹਮਣਾਂ ਨੇ ਉਹ ਧਰਤੀ ਦਾਨ ਵਿੱਚ ਲੈ ਲਈ ਉਹਦੇ ਕੋਲੋਂ। ਹਰਨਾਕਸ਼ ਜੋ ਧਰਨੀ ਹਰੇ, ਜੋ ਹਰਨਾਕਸ਼ ਜੋ ਕੋ ਕਰੇ। ਇਸ ਤਰ੍ਹਾਂ ਗੁਰੂ ਪਿਆਰਿਓ ਬੜੇ ਖੇਤ ਤੇ ਤਿਸ ਹੋਈ, ਮਸਾਂ ਉਹ ਜਿੱਤਿਆ ਪਰਸ਼ੁਰਾਮ। ਤੇ ਉਸ ਤੋਂ ਬਾਅਦ ਕਹਿੰਦੇ ਉਸ ਨੇ ਸਾਰੀ ਧਰਤੀ ਦਾਨ ਵਿੱਚ ਦੇ ਦਿੱਤੀ। ਹਰਨਾਕਸ਼ ਨੇ ਜਿਹੜੀ ਧਰਤੀ ਚੁਰਾਈ ਸੀ, ਹਰਨਕਸ਼ਿਪ ਨੇ ਉਹ ਜਿੱਤ ਕੇ ਫਿਰ ਵਾਪਸ ਲਿਆਂਦੀ। ਉਸ ਤੋਂ ਬਾਅਦ ਫਿਰ ਛਤਰੀ ਪੁਣਾ ਦੁਆਰੇ ਸ਼ੁਰੂ ਹੋ ਗਿਆ। ਪੁਰਾਣੀ ਗੱਲ ਦੱਸਦੇ ਆ ਮੇਰੇ ਪ੍ਰੀਤਮ ਜੀ। ਕਹਿੰਦੇ ਫਿਰ ਛਤਰੀ ਬਣਨੇ ਸ਼ੁਰੂ ਹੋਏ ਦੁਨੀਆ ਦੇ ਵਿੱਚ, ਔਰ ਬਹੁਤ ਛਤਰੀ ਹੋਏ। पर अगे की होया, ये आपस में ही लड़ के राजे मरन लगे। जिमें पांडव कहरो बस विनाशा, गए बीत वो जथा तमाशा। पांडव कहरो ये भी तो क्षत्रि सीगे, ये भी जुए खेड करके ते आपस में लड़ाइयां करके 18 खूनियां 11 खूनियां गुरु प्यारिओ कौरवां दियां ते 7 पांडवां दियां कुरुक्षेत्र दे जंग विच खत्म हो गईयां। कोई सतरी फिर क्षत्रि खत्म हो गए, धरती फिर छतरियां तो खाली हो गई। सी तो भरा भरा ही सारे, चाहे चाचा ताए मुंड सीगे। पर धरती दे पिछे लड़ के इन्हां ने अपने सारा कुछ खत्म कर दिता। कौरवां पांडवां दी वंश विच छतरी सीगे। जिथे जाके कृष्ण जी ने गुरु प्यारिओ अर्जन पांडव दा सहायता करके मदद करके उन्हां नूं कहा सीगा कि इन्हां दा राज मोड़ दिओ। कहंदे बिल्कुल नहीं दिंदे, जंग कर लांगे, राज नहीं मोड़ना। नहीं मन्निया राजा दुर्योधन। अखीर जंग होया ते सारे छतरी दुर्योधन समेत ਉਹਦੇ 100 ਭਰਾ ਤੇ ਬੇਅੰਤ ਫੌਜਾਂ ਮਾਰੀਆਂ ਗਈਆਂ। 18 ਖੂਨੀਆਂ। ਇੱਕ ਖੂਨੀ ਦੀ ਗਿਣਤੀ 1 ਲੱਖ ਤੋਂ ਕੁਝ ਹਜ਼ਾਰ ਉੱਤੇ ਹੁੰਦੀ ਆ। ਉਸ ਵੇਲੇ ਇੰਨੇ ਲੋਕ ਮਰੇ ਸੀਗੇ। 18 ਲੱਖ ਤੋਂ ਉੱਤੇ, 20 ਲੱਖ ਤੋਂ ਉੱਤੇ ਦੁਨੀਆ ਕੁਰਸ਼ੇਤਰ ਦੇ ਜੰਗ 'ਚ ਖਤਮ ਹੋਈ ਸੀ। ਪਾਤਸ਼ਾਹ ਕਹਿਣ ਲੱਗੇ ਉਦੋਂ ਫਿਰ ਛਤਰੀ ਖਤਮ ਹੋ ਗਏ ਜੇ। ਸੋਚਤੇ ਪ੍ਰਭ ਕਰਨਾ ਕਰਕੇ ਲੋਚਨ ਮਹਾਰਾਜ ਕੋ ਪਰਕੈ। ਉਹ ਧਰਤੀ ਹੁਣ ਛਤਰੀਆਂ ਤੋਂ ਖਾਲੀ ਹੋ ਚੁੱਕੀ ਸੀ। ਮੁਗਲਾਂ ਨੇ ਰਾਜ ਕਰ ਲਿਆ ਸੀ ਉਸ ਧਰਤੀ ਤੇ ਆ ਕੇ। ਭਾਰਤ ਵਰਸ਼ ਦੇ ਵਿੱਚ ਮੁਗਲਾਂ ਨੇ ਆ ਕੇ ਰਾਜ ਕਰ ਲਿਆ ਸੀਗਾ। ਤੇ ਅੱਜ ਅਕਾਲ ਪੁਰਖ ਨੇ ਦੁਆਰੇ ਦਇਆ ਕੀਤੀ, ਮੈਂ ਖਾਲਸਾ ਛਤਰੀ ਤਿਆਰ ਕਰ ਦਿੱਤਾ। ਕੋ ਸਤਨਾਮ ਸੀ। ਉਸ ਧਰਤੀ ਦੇ ਉੱਤੇ ਮੈਂ ਦੁਆਰਾ ਛਤਰੀ ਪੈਦਾ ਕੀਤਾ ਹੈ ਸ਼ਾਸਤਰ ਦੇ ਕੇ। ਔਰ ਛਤਰੀ ਜਿਹੜੇ ਵਿੱਚੋਂ ਹੀ ਤਿਆਰ ਕੀਤੇ ਹੈ। ਪਤਾ ਨਹੀਂ ਪਿੱਛੋਂ ਕਿਹੜੀਆਂ ਕਿਹੜੀਆਂ ਜਾਤਾਂ ਚੋਂ ਆਏ ਹੈ। ਪਤਾ ਨਹੀਂ ਬਾਟੇ ਵਿੱਚ ਘੋਲ ਕੇ ਕੀ ਪਿਆਤਾ ਹੈ ਕਿ ਉਹ ਸ਼ਾਸਤਰ ਫੜਦਿਆਂ ਹੀ ਕਹਿੰਦੇ, ਜਿਹੜੇ ਕਿਸੇ ਵੇਲੇ ਕਹਿੰਦੇ ਸੀ ਮਹਾਰਾਜ ਇਹ ਤਾਂ ਸਾਬਤਾ ਬੱਕਰਾ ਖਾ ਜਾਂਦੇ ਐ, ਸਾਬਤਾ ਭੇਡੂ ਖਾ ਜਾਂਦੇ ਆ ਮੁਗਲ, ਅਸੀਂ ਕਿੱਥੇ ਲੜ ਸਕਦੇ ਆ। ਕਹਿੰਦੇ ਤੁਹਾਨੂੰ ਹੀ ਲੜਾਉਣਾ ਹੈ। ਫਿਰ ਐਸੀ ਦਾਤ ਅਮਰ ਦੇ ਬਾਟੇ ਵਿੱਚ ਉਹਨਾਂ ਨੇ ਪਾਈ, ਰੂਹ ਫੂਕੀ, ਭਾਰਤ ਦੇ ਲੋਕਾਂ ਵਿੱਚ ਰੂਹ ਫੂਕ ਦਿੱਤੀ। ਕੋ ਸਤਨਾਮ। ਰੂਹ ਭਰ ਦਿੱਤੀ ਭਾਰਤ ਦੇ ਲੋਕਾਂ ਵਿੱਚ। ਸ਼ਾਸਤਰ ਦੇ ਕੇ ਉਹਨਾਂ ਦੇ ਕੋਲੋਂ ਇਹ ਧਰਤੀ ਤੇ ਦੁਬਾਰਾ ਖਾਲਸਾ ਛਤਰੀ ਦੇ ਰੂਪ ਚ ਪੈਦਾ ਕੀਤਾ ਹੈ। ਔਰ ਖਾਲਸੇ ਵੀ 4 ਗੁਣ ਭਰੇ ਹੈ। ਇਹ ਜਦ ਜੰਗ ਦੇ ਮੈਦਾਨ ਵਿੱਚ ਹੈ ਛਤਰੀ ਵੀ ਹੈ, ਜਦੋਂ ਇਹ ਲੰਗਰ ਚਲਾਉਂਦਾ ਹੈ ਉਦੋਂ ਇਹ ਵੈਸ਼ ਵੀ ਹੈ, ਤੇ ਜਦੋਂ ਗੁਰੂ ਪਿਆਰਿਓ ਇਹ ਉਧਰ ਲੰਗਰ ਦੇ ਬਰਤਨ ਮਾਂਜਦਾ, ਜੋੜੇ ਝਾੜਦਾ, ਉਦੋਂ ਸ਼ੂਦਰ ਵਾਲਾ ਕੰਮ ਵੀ ਆਪ ਹੀ ਕਰ ਲੈਂਦਾ। ਹੁਣ ਅਲੱਗ ਨਹੀਂ ਹੈ। ਖਾਲਸਾ ਪਰ ਬ੍ਰਹਮ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਸ ਕਰਕੇ ਖਾਲਸੇ ਵਿੱਚ ਪਾਤਸ਼ਾਹ ਨੇ ਸਿੱਖ ਵਿੱਚ ਸਾਰੇ ਗੁਣ ਭਰੇ ਹਨ। ਹੁਣ ਅਲੱਗ ਲੱਭਣ ਦੀ ਲੋੜ ਨਹੀਂ ਬਈ ਛਤਰੀ ਅਲੱਗ ਲੱਭੋ ਤੇ ਵਪਾਰੀ ਅਲੱਗ ਲੱਭੋ। ਖਾਲਸੇ ਵਿੱਚ ਵਪਾਰੀ ਵੀ ਹੈ। ਕੋ ਸਤਨਾਮ। ਖਾਲਸੇ ਵਿੱਚ ਸ਼ੂਦਰ ਭਾਵ ਸੇਵਾ ਕਰਨ ਵਾਲਾ ਵੀ ਹੈ, ਤੇ ਖਾਲਸੇ ਦੇ ਵਿੱਚ ਵਪਾਰ ਕਰਨ ਵਾਲਾ ਵੀ ਹੈ, ਤੇ ਖਾਲਸਾ ਬ੍ਰਹਮ ਵੀ ਹੈ।
ਉਹ ਬ੍ਰਾਹਮਣ ਨਹੀਂ ਜਿਹੜਾ ਸ਼ਰਾਧ ਕਰਾਉਂਦਾ ਹੈ। ਇਹ ਖਾਲਸਾ ਗਿਆਨ ਕਰਕੇ ਬ੍ਰਾਹਮਣ ਵੀ ਹੈ, ਕਿਉਂਕਿ ਕਬੀਰ ਸਾਹਿਬ ਜੀ ਕਹਿੰਦੇ ਬ੍ਰਾਹਮਣ ਕੌਣ ਹੈ? ਜਿਹਨੂੰ ਬ੍ਰਹਮ ਗਿਆਨ ਹੋਵੇ। ਸੋ ਬ੍ਰਾਹਮਣ ਕਈ ਅਤੈ ਹਮਾਰੇ ਜੋ ਇਹਾਂ ਬ੍ਰਹਮ ਵਿਚਾਰੇ। ਸੋ ਬ੍ਰਾਹਮਣ ਕਈ ਅਤੈ ਹਮਾਰੇ ਜੋ ਤੇਹਾਂ ਗੁਣਾ ਕੀ ਪੰਡ ਉਤਾਰੇ। ਜੋ ਸਾਡੇ ਦਿਮਾਗ ਤੋਂ ਤਿੰਨਾਂ ਗੁਣਾਂ ਦਾ ਜਿਹੜਾ ਭਾਰ ਪਾਇਆ ਹੋਇਆ ਪੁਰਾਣੇ ਵਿਪਰਵਾਦੀ ਲੋਕਾਂ ਨੇ, ਉਹ ਲਾ ਦੇਵੇ ਗਿਆਨ ਦੇ ਨਾਲ। ਅਸੀਂ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਆ। ਬ੍ਰਾਹਮਣ ਵੀ ਕੋਈ ਜਾਤ ਨਹੀਂ ਸੀਗੀ। ਅਸਲ ਵਿੱਚ ਆਰੀਅਨ ਲੋਕਾਂ ਨੇ ਆ ਕੇ ਸੰਸਾਰ ਨੂੰ, ਭਾਰਤ ਵਰਸ਼ ਦੇ ਲੋਕਾਂ ਨੂੰ ਚੱਕਰਾਂ 'ਚ ਪਾਇਆ ਹੈ, ਤੇ ਗੁਰੂ ਸਾਹਿਬ ਨੇ ਉਹਨਾਂ 'ਚੋਂ ਕੱਢ ਕੇ ਸਾਨੂੰ ਦੁਬਾਰਾ ਫਿਰ ਖਾਲਸਾ ਰੂਪ ਦੇ ਵਿੱਚ ਛਤਰੀ ਸਜਾ ਦਿੱਤਾ ਹੈ ਜੀ। ਕਈ ਖਾਲਸੇ ਕੋਦਤ ਕਾਲਾ ਤੁਮ ਸਮਦਾਨੀ ਕੌਣ ਵਿਸਾਲਾ। ਔਰ ਖਾਲਸਾ ਜਿੱਥੇ ਛਤਰੀ ਹੈ ਉੱਥੇ ਵੱਡਾ ਦਾਨੀ ਦਾਤਾ ਵੀ ਹੈ। ਮਹਾਰਾਜ ਬੜੀ ਕਿਰਪਾ ਕੀਤੀ। ਆਹ ਧਰਤੀ ਜਿਹੜੀ ਸਾਥੋਂ ਮੁਗਲਾਂ ਨੇ ਖੋਹ ਲਈ ਸੀ, ਮੁਗਲਾਂ ਤੋਂ ਪਹਿਲਾਂ ਹਰਨਾਕਸ਼ ਨੇ ਛੁਡਾ ਕੇ ਲਿਆਂਦੀ ਹਰਨਕਸ਼ਿਪ ਤੋਂ, ਅੱਗੇ ਮੁਗਲਾਂ ਨੇ ਖੋਹ ਲਈ, ਤੇ ਫਿਰ ਅੱਗੇ ਛਤਰੀ ਪੈਦਾ ਹੋਏ, ਤੇ ਛਤਰੀਆਂ ਦੇ ਕੋਲੋਂ ਫਿਰ ਅੱਗੇ ਜਾ ਕੇ ਮੁਸਲਮਾਨਾਂ ਨੇ, ਮੁਗਲਾਂ ਨੇ ਰਾਜ ਕਰ ਲਿਆ। ਅੱਜ ਬੜੀ ਕਿਰਪਾ ਕੀਤੀ। ਉਹੀ ਧਰਤੀ ਭਾਵ ਭਾਰਤ ਵਰਸ਼, ਭਾਰਤ ਦੇਸ਼, ਇਹ ਧਰਤੀ ਦੁਆਰਾ ਖਾਲਸੇ ਨੂੰ ਛਤਰੀ ਬਣਾ ਕੇ ਇਸ ਧਰਤੀ ਦਾ ਮਾਲਕ ਰਾਜਾ ਬਣਾ ਦਿੱਤਾ ਹੈ ਜੀ। ਉਦੇ ਸਿੰਘ ਤੇ ਆਦਿ ਪਿਆਰ ਕਹਿਤ ਸੋ ਜਸ ਸੋਢੀ ਸਿਰ ਮੋਰ। ਇਹੋ ਗੁਰੂ ਕੀਆਂ ਫੌਜਾਂ ਭਾਈ ਉਦੈ ਸਿੰਘ ਵਰਗੇ, ਭਾਈ ਬਚਿੱਤਰ ਸਿੰਘ ਵਰਗੇ ਗੁਰੂ ਕੀਆਂ ਸਿਫਤਾਂ ਵੀ ਕਰਦੇ ਹਨ। ਵੱਡੇ ਵੱਡੇ ਦਾਨੀ ਜੇ ਪਏ ਤੁਮ ਸਮਤਾ ਕੋ ਕਵ ਨ ਲਏ। ਦਾਨੀ ਬਹੁਤ ਵੱਡੇ ਵੱਡੇ ਹੋਏ, ਬਲ ਰਾਜੇ ਵਰਗੇ ਹੋਰ ਬਹੁਤ ਦਾਨੀ ਹੋਏ, ਪਰ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਨਹੀਂ, ਜਿਹਨੇ ਭਾਰਤ ਨੂੰ ਬਚਾਉਣ ਵਾਸਤੇ, ਸੰਸਾਰ ਨੂੰ ਬਚਾਉਣ ਵਾਸਤੇ, ਜ਼ੁਲਮ ਨੂੰ ਖਤਮ ਕਰਨ ਵਾਸਤੇ ਪੁੱਤਰਾਂ ਦਾ ਦਾਨ ਵੀ ਕੀਤਾ। ਕੋ ਸਤਿਨਾਮ। ਇਹ ਤਾਂ ਕਿਸੇ ਨੇ ਨਹੀਂ ਕੀਤਾ ਨਾ। 4 ਪੁੱਤਰ, 4 ਸਾਹਿਬਜ਼ਾਦੇ ਜਿਹੜੇ ਆਪਣੇ ਵਾਰੇ ਜੰਗ ਦੇ ਮੈਦਾਨ ਵਿੱਚ, 2 ਸਾਹਮਣੇ ਅੱਖਾਂ ਦੇ, ਜਦੋਂ ਕਿ ਉਹਨਾਂ ਦੀਆਂ ਉਮਰਾਂ ਲੜਨ ਵਾਲੀਆਂ ਨਹੀਂ ਸੀ, ਪਰ ਫਿਰ ਵੀ ਐਸਾ ਜੋਸ਼ ਭਰਿਆ। ਉਹਨਾਂ ਨੇ ਆਪ ਕਿਹਾ, ਪਿਤਾ ਜੀ ਮੈਨੂੰ ਆਗਿਆ ਦਿਓ। ਬਾਬਾ ਅਜੀਤ ਸਿੰਘ ਜੀ ਕਹਿੰਦੇ, ਠੀਕ ਹੈ ਪੁੱਤਰ, ਮੈਂ ਇਹੀ ਚਾਹੁੰਦਾ ਸੀਗਾ ਕਿ ਤੂੰ ਆਪਣੇ ਮੂੰਹ ਚੋਂ ਕਹੇ ਲੜਨ ਵਾਸਤੇ, ਮੈਂ ਕਹਿੰਦਾ ਤਾਂ ਗੱਲ ਹੋਰ ਸੀ। ਅੱਜ ਬਹੁਤ ਯੋਧੇ, ਜਦੋਂ ਸਮਾਂ ਪਵੇਗਾ ਪੰਥ ਤੇ ਕੋਈ ਐਸਾ, ਤੇ ਨੌਜਵਾਨ ਆਪੇ ਹੀ ਤੇਰੇ ਵਾਂਗੂ ਉੱਠ ਕੇ ਅੱਗੇ ਆਉਣਗੇ। ਜਿਵੇਂ 84 ਵੇਲੇ ਬਹੁਤ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਦੇ ਨਾਲ ਰਲ ਕੇ ਗੁਰੂ ਪਿਆਰਿਓ ਦੁਸ਼ਮਣ ਦਾ ਖਾਤਮਾ ਕੀਤਾ। ਕੋ ਸਤਿਨਾਮ। ਇਹ 10ਵੇਂ ਪਾਤਸ਼ਾਹ ਦੇ ਬਚਨ ਸੀਗੇ। ਜਦ ਬਾਬਾ ਅਜੀਤ ਸਿੰਘ ਨੇ ਕਿਹਾ, ਪਿਤਾ ਜੀ ਹੁਣ ਮੇਰਾ ਜਥਾ ਬਣਾਓ ਤੇ ਮੈਂ ਚੱਲਿਆ, ਕਹਿੰਦੇ ਜਾ ਪੁੱਤਰ ਤਿਆਰ ਹੋ। ਆਪ ਕਲਗੀ ਲਾਉਂਦੇ ਆ, ਸਜਾਉਂਦੇ ਆ, ਸ਼ਸਤਰ ਦਿੰਦੇ ਆ, ਘੋੜੇ ਚੜ੍ਹ ਕੇ ਫਿਰ ਗੁਰੂ ਪਿਆਰੂ ਜਥਾ ਲੈ ਕੇ ਬਾਬਾ ਅਜੀਤ ਸਿੰਘ ਦੀ ਜੰਗ 'ਚ ਕੁੱਦੇ ਆ। ਔਰ ਕਹਿੰਦੇ ਅਜੀਤ ਸਿੰਘ ਦੀ ਤਲਵਾਰ ਬਰਸ਼ਾ ਆਦਿ ਚੱਲਦਾ ਦੇਖ ਕੇ ਮੁਸਲਮਾਨ ਵੀ ਆਸ਼ਾ ਸ਼ਿਕਾਰ ਉੱਠੇ। ਕਹਿੰਦੇ ਐਸਾ ਜੰਗ ਤਾਂ ਕਿਸੇ ਜਰਨੈਲ ਦਾ ਵੀ ਨਹੀਂ ਦੇਖਿਆ ਜੈਸਾ ਸਾਹਿਬਜ਼ਾਦਾ ਅਜੀਤ ਸਿੰਘ ਕਰ ਰਿਹਾ। ਕੋ ਸਤਿਨਾਮ। ਬੇਅੰਤ ਮੁਗਲਾਂ ਨੂੰ ਖਤਮ ਕਰਦਾ ਹੋਇਆ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀਆਂ ਪਾ ਗਿਆ। ਔਰ ਉੱਤੇ ਖੜਾ ਬਾਬਾ ਜੁਝਾਰ ਸਿੰਘ ਸੋਸਾ ਸਾਹਿਬਦਾ ਵੇਖ ਰਿਹਾ ਹੈ। ਉਹ ਕਹਿੰਦੇ ਪਿਤਾ ਜੀ ਮੈਂ ਵੀ ਚੱਲਿਆ, ਮੇਰੇ ਭਾਈ ਦੇ ਨਾਲ ਹੀ, ਅਸੀਂ ਤਾਂ ਕਦੇ ਇਕੱਲੇ ਰਹੇ ਹੀ ਨਹੀਂ ਗਏ, ਤੇ ਫਿਰ ਅੱਜ ਮੈਂ ਇਕੱਲਾ ਕਿਵੇਂ ਰਹਿ ਸਕਦਾ, ਆਗਿਆ ਦਿਓ ਮੈਨੂੰ ਵੀ। ਕਹਿੰਦੇ ਜਾ ਪੁੱਤਰ ਸ਼ਾਬਾਸ਼, ਏਦਾਂ ਹੀ ਹੋਣਾ ਚਾਹੀਦਾ ਯੋਧੇ ਨੂੰ। ਤੇ ਉਸ ਨੂੰ ਵੀ ਭੇਜ ਦਿੱਤਾ। ਤੇ ਦੂਸਰੇ 2 ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਧਰਮ ਨੂੰ ਕਾਇਮ ਰੱਖਦੇ ਹੋਏ, ਵਜੀਦੇ ਦੇ ਨਾਲ ਲੋਹਾ ਲੈਂਦੇ ਹੋਏ, ਭਾਵ ਉਹਦੀਆਂ ਗੱਲਾਂ ਦਾ ਕੜਾਕੇ ਨਾਲ ਜਵਾਬ ਦਿੰਦੇ ਹੋਏ ਸ਼ਹੀਦੀਆਂ ਪਾ ਗਏ। 7 ਸਰੀਰ ਪਾਤਸ਼ਾਹ ਜੀ ਨੇ, ਜਿਹਨੂੰ ਕਹਿੰਦੇ ਸਰਬੰਸ ਵਾਰਨਾ, ਪਿਤਾ ਜੀ 4 ਪੁੱਤਰ, ਆਪਣਾ ਜੀਵਨ ਤੇ ਮਾਤਾ ਗੁਜਰੀ ਜੀ, ਇਹ 7 ਜੀਵਨ ਪਾਤਸ਼ਾਹ ਨੇ ਭਾਰਤ ਨੂੰ ਬਚਾਉਣ ਵਾਸਤੇ ਦਾਨ ਕੀਤੇ ਆ। ਕੋ ਸਤਨਾਮ। ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰਵਾਏ ਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ 4 ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਹੁਣ ਸੋਚ ਲਓ ਗੁਰੂ ਗੋਬਿੰਦ ਸਿੰਘ ਕੀ ਆਸ ਰੱਖਦੇ ਐ ਤੇ ਸਾਡਾ ਖਿਆਲ ਕੀ ਹੈ। ਕੋ ਸਤਨਾਮ। ਅਸੀਂ ਘੱਟੋ ਘੱਟ ਉਹ ਜਿਹੇ ਰੂਪ ਧਾਰਨ ਕਰੀਏ, ਸਾਬਤ ਸੂਰਤ ਹੋਈਏ, ਗੁਰੂ ਵਾਲੇ ਬਣੀਏ। ਪ੍ਰੀਤਮ ਜੀ ਦੀ ਮਹਿਮਾ ਬੜੀ ਹੋਣ ਲੱਗੀ ਹੈ। ਤੁਹਾਡੇ ਗੁਣਾਂ ਦਾ ਅੰਤ ਨਹੀਂ ਹੈ। ਤੁਹਾਡੇ ਵਰਗਾ ਕੋਈ ਪੰਥ ਚਲਾਉਣ ਵਾਲਾ ਨਹੀਂ ਪਹਿਲਾਂ ਆਇਆ ਤੇ ਨਾ ਅੱਗੇ ਆਵੇ ਸ਼ਾਇਦ। ਪਹਿਲਾਂ ਕਈਆਂ ਨੇ ਪੰਥ ਚਲਾਏ, ਕਿਸੇ ਨੇ ਭਗਵਾ ਕੱਪੜਾ ਪਵਾਤਾ ਔਰ ਦਾੜੀ ਮੁੰਨਤੀ, ਕੇਸ ਮੁੰਨਤੇ,
ਸੁਣਤਾ, ਕਿਸੇ ਨੇ ਕੰਨ ਪਾੜ ਕੇ ਮੁੰਦਰਾ ਪਾ ਦਿੱਤੀਆਂ। ਸਮਝ ਗਾਇਕ ਰੂਪ ਬਣਾਵੇ, ਘਰ ਘਰ ਫੇਰੇ ਭੀਖ ਮੰਗਾਵੇ। ਕਿਸੇ ਨੇ ਆਪਣਾ ਪੰਥ ਚਲਾਇਆ, ਮੁੰਦਰਾ ਪਾ ਕੇ ਸਰੀਰ ਤੇ ਸਵਾਹ ਮਲਤੀ, ਝੋਲੀ ਫੜਾਤੀ, ਜਾ ਹੁਣ ਤੂੰ ਮੰਗ ਮੰਗ ਕੇ ਲਿਆ, ਨਾਲੇ ਤੂੰ ਖਾ ਨਾਲੇ ਸਾਨੂੰ ਖਵਾ। ਐਸੇ ਵੀ ਦੁਨੀਆ ਚ ਆਏ। ਸਿਰ ਪਰ ਜਟਾ ਝੂਠ ਬਤਾਵੇ, ਚਾਚੇ ਟੁਕੜੇ ਤਿਨੇ ਖਵਾਵੇ। ਕਿਸੇ ਨੂੰ ਕਹਿੰਦੇ ਕੇਸਾਂ ਦੀ ਸੰਭਾਲ ਦੀ ਲੋੜ ਨਹੀਂ, ਇਹਨਾਂ ਨੂੰ ਵੀ ਸਵਾਹ ਨਾਲ ਜੋੜ ਕੇ ਜਟਾ ਬਣਾ ਲਓ। ਨਿਤ ਨਿਤ ਬਾਉਣੇ ਵੀ ਕਿਹੜਾ ਸੌਖੇ ਆ, ਫਿਰ ਕੋ ਸਤਨਾਮ, ਕਿਉਂਕਿ ਸਾਧੀ ਬਣਾ ਦਿੱਤੀ ਇਸ ਤਰ੍ਹਾਂ ਦੇ। ਕਹਿੰਦੇ ਬਸ ਜਟਾਂ ਦੇ ਜੂੜੇ ਬਣਾ ਲਓ ਔਰ ਮੰਗ ਮੰਗ ਕੇ ਟੁੱਕੜ ਖਾਓ ਤੇ ਨਾਲੇ ਸਾਨੂੰ ਲਿਆ ਕੇ ਖਵਾਓ। ਕਈਆਂ ਨੇ ਐਸੇ ਪੰਥ ਚਲਾਏ। ਆਪ ਜਗਤ ਮੇ ਦੀਏ ਪਦਾਰਥ, ਕੀਨ ਸਮਾਨੁਕ ਜਨਮ ਸਿਖਾਏ। ਧੰਨੋ ਧੰਨੋ, ਤੁਸੀਂ ਤਾਂ ਐਸਾ ਪੰਥ ਸਾਜਿਆ ਜਿੱਥੇ ਸੋਹਣਾ ਸਰੂਪ ਦਿੱਤਾ ਹੈ, ਜਿੱਥੇ ਪਰਮੇਸ਼ਰ ਦੇ ਬਖਸ਼ੇ ਸਰੂਪ ਦੀ ਸੰਭਾਲ ਕਰਾਈ ਆ। ਕੇਸਾਂ ਵਿੱਚ ਕੰਘਾ ਰੱਖਣਾ ਹੈ, 2 ਟਾਈਮ ਕੰਘਾ ਕਰਨਾ, ਕੇਸਾਂ ਨੂੰ ਖਰਾਬ ਨਹੀਂ ਹੋਣ ਦੇਣਾ। ਕਦੇ ਕੇਸਾਂ ਨੂੰ ਕੈਂਚੀ ਨਹੀਂ ਲਾਊਗਾ ਮੇਰਾ ਖਾਲਸਾ, ਮੇਰਾ ਸਿੱਖ ਹੈ ਜਿਹੜਾ। ਔਰ ਕਦੇ ਕੰਨ ਛੇਦ ਕੇ ਮੁੰਦਰਾ ਪਾਉਣ ਦੀ ਲੋੜ ਨਹੀਂ ਹੈ ਸਾਨੂੰ। ਇਸ ਕਰਕੇ ਜੋ ਸਤਿਗੁਰ ਨੇ ਰਹਿਤ ਵਹਿਤ, ਜੋ ਅੰਦਰਲਾ ਜੀਵਨ ਤੇ ਬਾਹਰਲਾ ਬਾਣਾ ਬਖਸ਼ਿਸ਼ ਕੀਤਾ, ਇਹੋ ਜਿਹਾ ਕਿਸੇ ਨੇ ਪੰਥ ਅੱਜ ਤੱਕ ਨਾ ਚਲਾਇਆ ਤੇ ਨਾ ਚੱਲਣਾ। ਕਿਉਂਕਿ ਪ੍ਰਗਟਿਓ ਖਾਲਸਾ, परमात्मा की मौज, खालसा पार ब्रह्म की फौज। सुंदर बेस देह में दीनो, सब विद्या में कीन परवीनो। बाहरी स्वरूप बड़ा सोहना बना दिता है। आज संसार दे लोग भी गुरु प्यारिओ जे गल करते है तो कहते हैं सब तो सोहना स्वरूप जे किसी पंथ दा है तो वह खालसा पंथ दा है। ते अंदरों विद्या दे के ज्ञान भी बख्शिश दिता है। बड़ी कृपा कीती, बड़ी कृपा कीती। इन्ना नहीं कीता, सानू गरीबां नू राजे बना दिता है इस धरती दा राज दे के। सारे वस्त जग में बस जेते, तई खालसा प्रत तुम तेते। सार हुंदा तत्त जो सब तो कीमती कीमती वस्तु है संसार च, जो भी वो पातशाह जी ने खालसा पंथ नू बख्शियां हन। जो नर गिरै तिन ते को मूर्ख होए परै। जेड़ा ऐसे पंथ नू छड़ के भटकेगा वो मूर्ख होवेगा, अपना जीवन बर्बाद करेगा। शिखर समेरे चरे जो जाए, बहर सातल सोए सिधाए। बस ये समझ लो, कोई समेर पर्वत ते चढ़ के जिवें थल्ले डिग पवे, खालसा पंथ नू छड़ के फिर होर किधरे भटकना नरकां विच जाण दे बराबर है। रहत बताई त्यागे जोए, अपर मतन की धारै कोए। विचारा इत्थे रखदे आ। पातशाह कहने जिहड़ी साडी बख्शी हुई रहत है इस नू त्यागना नीगा, किसे दी मत दी रहत नू धार नहीं करना। जे कोई करदा है सो मतहीन महाबुरियारे, नह कीमत निज पंथ विचारे। वो मतहीन होवेगा, वो चंगा नहीं होवेगा। उन्हें समझो मेरी इस दित्ती बख्शिश की कीमत नहीं जानी। पंथ खालसे निंदिया करे, सो पापी नर दोजक परै। जेड़ा मेरे पंथ दी निंदिया करूगा, जेड़ा मेरे खालसे दी, मेरे पंथ दी इनू माड़ा कहेगा, वो नरकां नू जावेगा, पापी होवेगा। लोक पर लोक वस्त जो सार, जिसमें सब अंगीकार। और लोक ते परलोक दोहां जहाना में जो सार वस्तु सी, तत्व वस्तु सी, चाहे वो ज्ञान सी, चाहे बाहरी तौर ते, चाहे अंदरूनी तौर ते, वो खालसा पंथ विच पातशाह ने बख्शिश कीता। होर की कुछ कीता ये विचारा आपां कल दे दीवाना विच सरवण करांगे। रोकदियां नेकां बोलदियां नेकां अखरवाद घट हो जांदे। सिख संगतां ते सतगुरु बख्शण योग है, बख्श लेना जी। समाप्ति करिए। हे अच्युत हे पार ब्रह्म अविनाशी अगनास, हे पूरन हे सर्व मैं पंचन गुणतास। हे संगी हे निरंकार, हे निर्गुण सब टेक। हे गोबिंद हे गुण निदान, सदा बदेक। हे अपरंपर हर हरे, हो बनहार। हे संत कै सदा संग, आधार। हे ठाकुर हो दासरो, निर्गुण गुण नहीं कोई। नानक दीजै नाम दान, परोए। आए प्रभु शरणागति, निध दयाल। एक अखर हर मन बसत, होत निहाल। एक अंकारा सतगुरु, प्रसाद सच होए। वाहिगुरु जी की फतेह है। विनाशन सो
ਜੀ ਕੀ ਫਤਿਹ ਇਕ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰ ਸਵਰ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਲਾਈਆਂ, ਆਓ ਕੀਰਤਨ ਸਮਾਂ ਹੋ ਰਿਹਾ, ਕੀਰਤਨ ਸਰਵਣ ਕਰੀਏ ਜੀ। ਦਾਸਾਂ ਨੂੰ ਬੁਲਾਓ, ਫਤਿਹ ਪਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ